ਜਿੱਥੇ ਬੀਜੇਪੀ ਦੀ ਵਿਚਾਰਧਾਰਾ ਬੜੀ ਖਤਰਨਾਕ ਆ, ਕਾਂਗਰਸ ਦੀਆਂ ਨੀਤੀਆਂ ਜ਼ਿੰਮੇਵਾਰ ਆ, ਉੱਥੇ ਇੱਕ ਹੱਦ ਤੱਕ ਅਸੀਂ ਖੱਬੇ ਪੱਖੀ ਵੀ ਜ਼ਿੰਮੇਵਾਰ ਆ। ਜਦੋਂ ਖੱਬੇ ਪੱਖੀ ਲੋਕ ਇੱਕ ਲੁਟੇਰੀ ਜਮਾਤ ਦੀ ਪਾਰਟੀ ਨਾਲ ਰਲਦੇ ਆ, ਜਿਹੜੀ ਜਗ੍ਹਾ ਖਾਲੀ ਹੁੰਦੀ ਹੈ ਉਸ ਜਗ੍ਹਾ ਵਿੱਚ ਵੀ ਕੋਈ ਸ਼ਕਤੀ ਵੀ ਐਂਟਰ ਕਰ ਸਕਦੀ ਹੈ। ਉਹ ਜਗ੍ਹਾ ਵਿੱਚ ਹੀ ਬੀਜੇਪੀ ਨੇ ਐਂਟਰ ਕੀਤਾ ਹੈ। ਤੇ ਪੂੰਜੀ ਬਿਨਾਂ ਲੁੱਟ ਤੋਂ ਇਕੱਠੀ ਨਹੀਂ ਹੁੰਦੀ, ਮਾਇਆਧਾਰੀ ਬਿਨਾਂ ਲੁੱਟ ਤੋਂ ਨਹੀਂ ਬਣ ਸਕਦਾ। ਲੇਕਿਨ ਅਸੀਂ ਕਮਿਊਨਿਸਟ 100 ਸਾਲ ਸਾਨੂੰ ਭਾਰਤ ਵਿੱਚ ਬਣਿਆ ਨੂੰ ਹੋ ਗਿਆ। ਜੇ ਇਸ ਪੱਧਰ 'ਤੇ ਸਮਝਣਾ ਚਾਹੀਦਾ ਸੀ ਮਸਲਾ, ਮੈਂ ਜ਼ਿੰਮੇਵਾਰੀ ਨਾਲ ਕਹਿੰਦਾ, ਮੈਂ ਇਸ ਪਾਰਟੀ 50 ਸਾਲ ਦਾ ਕੰਮ ਕਰਦਾ। ਪਿਛਲੇ 20 ਸਾਲਾਂ 'ਚ ਅਸੀਂ ਯਤਨ ਕੀਤਾ ਵੱਖਰੇ ਹੋ ਕੇ ਸਮਝਣ ਦਾ, ਲੇਕਿਨ ਸਮੁੱਚੀ ਪਾਰਟੀ ਨੇ ਹਾਲੇ ਤੱਕ ਵੀ ਸਮਝਣ ਦਾ ਯਤਨ ਨਹੀਂ ਕੀਤਾ। ਬੰਗਾਲ 'ਚ ਸਾਰੇ ਕਮਿਊਨਿਸਟ ਏਕਤਾ ਬਣਾ ਕੇ ਵੀ ਹਾਰ ਦਾ ਮੂੰਹ ਦੇਖਣਾ ਪੈ ਗਿਆ। ਲੋਕਾਂ ਨੇ ਮੂੰਹ ਨਹੀਂ ਲਾਇਆ। ਕਿਉਂ? ਕਿਉਂਕਿ ਅਸੂਲ ਛੱਡ ਗਏ ਸੀ। ਆਪਣੇ ਇਤਿਹਾਸ ਨੂੰ ਸਾਹਮਣੇ ਰੱਖੇ ਤੋਂ ਬਿਨਾਂ ਇਸ ਧਰਤੀ 'ਤੇ ਮੂਵਮੈਂਟ ਨਹੀਂ ਬਣ ਸਕਦੀ। ਸਾਡੀਆਂ ਕਾਨਫਰੰਸਾਂ ਵਿੱਚ ਤੁਹਾਨੂੰ ਇਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋਆਂ ਤੇ ਉਹਨਾਂ ਦੀਆਂ ਬਾਣੀ ਮਿਲੇਗੀ। ਇਸ ਨਾਲ ਜਿਹੜਾ ਕਾਮਰੇਡਾਂ ਦਾ ਵਰਕਰ ਹੈ ਕੱਢ ਰਿਹਾ, ਜਿਹੜਾ ਇੱਕ ਨਾਸਤਿਕਤਾ ਦੇ ਸਿਧਾਂਤ ਤੇ ਮੰਨਿਆ ਜਾਂਦਾ ਕਿ ਉਹ ਕਹਿੰਦੇ ਵੀ ਅਸੀਂ ਰੱਬ ਦੀ ਹੋਂਦ ਤੋਂ ਮੁਨਕਰ ਹਾਂ, ਉਹ ਨਾਰਾਜ਼ ਨਹੀਂ ਹੁੰਦਾ। ਭਗਤ ਸਿੰਘ ਆਪਣੇ ਸਾਥੀਆਂ ਵਿੱਚ ਇਕੱਲਾ ਹੀ ਨਾਸਤਿਕ ਸੀ, ਲੇਕਿਨ ਭਗਤ ਸਿੰਘ ਦੀ ਆਪਣੇ ਮਿੱਤਰਾਂ ਨਾਲ, ਰਾਜਗੁਰੂ ਸੁਖਦੇਵ ਨਾਲ, ਸਾਰੇ ਜਿੰਨੇ ਸਨ, ਕਿਸੇ ਨਾਲ ਕਦੀ ਲੜਾਈ ਨਹੀਂ ਹੋਈ। ਇਸ ਵਾਰ ਜਿਨ੍ਹਾਂ ਧਾਰਮਿਕ ਡੇਰੇ ਨੰਗੇ ਹੋਏ ਆ ਲੋਕਾਂ 'ਚ, ਜਿਨ੍ਹਾਂ ਨੇ ਲੋਕਾਂ ਨੂੰ ਸਿਰਫ ਬਾਜ਼ਾਰੂ ਚੀਜ਼ ਸਮਝ ਕੇ ਵੇਚਿਆ, ਉਸੇ ਪੰਜਾਬ ਦੇ ਵਿੱਚੋਂ ਜੇ ਕੋਈ ਧਾਰਮਿਕ ਬਾਣਾ ਪਾ ਕੇ ਮੋਦੀ ਦੇ ਗੋਡੀਆਂ ਹੱਥ ਲਾਉਣ ਜਾਂਦਾ ਦਿੱਲੀ, ਤਾਂ ਫਿਰ ਇਹ ਇੱਕ ਨੰਗਾ ਹੋ ਗਿਆ ਨਾ ਵੀ ਇਹ ਧਾਰਮਿਕ ਨੇਤਾ ਨਹੀਂ ਹੈ, ਸੱਚ ਹੈ, ਇਹ ਸਾਡਾ ਸੌਦਾ ਕਰਨ ਜਾਂਦੇ ਦਿੱਲੀ। ਜਿਨ੍ਹਾਂ 'ਚ ਨੀਤੀ ਤਬਦੀਲੀ ਨਹੀਂ ਆਉਂਦੀ, ਬੰਦਿਆਂ ਦੀ ਤਬਦੀਲੀ ਕੋਈ ਅਰਥ ਨਹੀਂ ਰੱਖਦੀ। ਪੰਜਾਬੀ ਨੈਸ਼ਨਲ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ, ਸਤਿ ਸ਼੍ਰੀ ਅਕਾਲ। ਅਸੀਂ ਅੱਜ ਇੱਕ ਵਿਸ਼ੇਸ਼ ਮੁਲਾਕਾਤ ਲੈ ਕੇ ਹਾਜ਼ਰ ਹੋਏ ਹਾਂ ਕਾਮਰੇਡ ਮੰਗਤ ਰਾਮ ਪਾਸਲਾ ਜੀ ਦੇ ਨਾਲ। ਮੰਗਤ ਰਾਮ ਪਾਸਲਾ ਜੀ ਕਿਸੇ ਜਾਣਕਾਰੀ ਦੇ ਮੁਤਾਜ ਨਹੀਂ। ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਦੇ ਉੱਪਰ ਉਹਨਾਂ ਦਾ ਨਾਮ ਬੜੇ ਉੱਭਰਵੇਂ ਅੱਖਰਾਂ ਦੇ ਵਿੱਚ ਆਉਂਦਾ ਹੈ। ਖੱਬੇ ਪੱਖੀ ਲਹਿਰ ਦੇ ਨਾਲ ਜੁੜੇ ਹੋਣ ਕਰਕੇ ਇੱਕ ਵਿਲੱਖਣ ਸਥਾਨ ਵੀ ਉਹਨਾਂ ਦਾ ਹੈ। ਉਹਨਾਂ ਨਾਲ ਅੱਜ ਅਸੀਂ ਗੱਲਾਂ ਬਾਤਾਂ ਕਰਨੀਆਂ ਨੇ ਓਵਰਆਲ ਭਾਰਤ ਦੀ ਰਾਜਨੀਤੀ, ਪੰਜਾਬ ਦੀ ਰਾਜਨੀਤੀ ਤੇ ਖੱਬੇ ਪੱਖੀਆਂ ਦਾ ਅਜੋਕੀ ਰਾਜਨੀਤੀ ਦੇ ਵਿੱਚ ਕੀ ਸਥਾਨ ਹੈ। ਗੱਲਬਾਤ ਸ਼ੁਰੂ ਕਰਦੇ ਹਾਂ। ਸਵਾਗਤ ਕਰਦੇ ਹਾਂ ਕਾਮਰੇਡ ਮੰਗਤ ਰਾਮ ਪਾਸਲਾ ਜੀ ਦਾ। ਕਾਮਰੇਡ ਸਾਹਿਬ ਜੀ ਆਇਆਂ ਨੂੰ ਜੀ, ਸਵਾਗਤ ਹੈ। ਪੰਜਾਬੀ ਨੈਸ਼ਨਲ ਟੀਵੀ ਦੇ ਸਾਰੇ ਦਰਸ਼ਕਾਂ ਦਾ ਮੈਂ ਬਹੁਤ ਹੀ ਰਿਣੀ ਹਾਂ, ਜਿਨ੍ਹਾਂ ਨੂੰ ਮੈਨੂੰ ਆਪਣੇ ਸਾਹਮਣੇ ਆਪਣੇ ਵਿਚਾਰ ਪ੍ਰਗਟ ਕਰਨ ਦਾ ਮੌਕਾ ਦਿੱਤਾ। ਬਹੁਤ ਹੀ ਧੰਨਵਾਦ। ਕਾਮਰੇਡ ਸਾਹਿਬ, ਤੁਸੀਂ ਜ਼ਾਹਰਾ ਤੌਰ 'ਤੇ ਇੱਕ ਖਾਸ ਲਹਿਰ ਦੇ ਨਾਲ ਜੁੜੇ ਹੋਏ ਹੋ, ਵਿਚਾਰਕ ਵੀ ਹੋ, ਚਿੰਤਕ ਵੀ ਹੋ। ਇੱਕ ਸਾਹਿਤ ਵੀ ਇੱਕ ਖਾਸ ਕਿਸਮ ਦਾ ਜਿਹੜਾ ਖੱਬੇ ਪੱਖੀ ਵਿਚਾਰਧਾਰਾ ਨੇ ਪੰਜਾਬ ਦੇ ਵਿੱਚ ਨਹੀਂ, ਸਾਰੇ ਭਾਰਤ ਦੇ ਵਿੱਚ, ਦੁਨੀਆ ਦੇ ਵਿੱਚ ਪੇਸ਼ ਕੀਤਾ ਲੋਕਾਂ ਸਾਹਮਣੇ। ਕੁਝ ਨਾ ਕੁਝ ਲੋਕਾਂ ਨੂੰ ਵੱਖਰੀ ਗੱਲ ਕਹਿਣ ਵਾਸਤੇ, ਪੜ੍ਹਨ ਵਾਸਤੇ, ਸੁਣਨ ਵਾਸਤੇ ਮਿਲੀ ਹੈ। ਅੱਜ ਦੇ ਸੰਦਰਭ ਦੇ ਵਿੱਚ ਜਿਹੜਾ ਖੱਬੇ ਪੱਖੀ ਲਹਿਰ ਹੈ, ਅਸੀਂ ਇੱਥੋਂ ਹੀ ਸ਼ੁਰੂਆਤ ਕਰਾਂਗੇ ਕਿ ਪੰਜਾਬ ਦੇ ਵਿੱਚ ਜਾਂ ਭਾਰਤ ਦੇ ਵਿੱਚ ਇਹਨਾਂ ਦਾ ਕੀ ਸਥਾਨ ਹੈ। ਦੇਖੋ, ਖੱਬੇ ਪੱਖੀ ਲਹਿਰ ਨੇ ਦੇਸ਼ ਦੀ ਆਜ਼ਾਦੀ 'ਚ ਬਹੁਤ ਵੱਡਾ ਹਿੱਸਾ ਪਾਇਆ, ਔਰ ਸ਼ਹੀਦਾਂ ਦੇ ਸਰਤਾਜ ਜਿਹਨੂੰ ਕਹਿ ਸਕਦੇ ਹਾਂ, ਸ਼ਹੀਦ ਆਜ਼ਮ ਭਗਤ ਸਿੰਘ, ਇਸੇ ਖੱਬੇ ਪੱਖੀ ਵਿਚਾਰਧਾਰਾ ਤੋਂ ਪ੍ਰਭਾਵਿਤ ਸੀ ਜੀ। ਹੋਰ ਵੀ ਬਹੁਤ ਸਾਰੀਆਂ ਲਹਿਰਾਂ, ਗਦਰ ਪਾਰਟੀ ਦੇ ਜਿੰਨੇ ਵੀ ਯੋਧੇ ਬਾਅਦ ਜਿਉਂਦੇ ਰਹੇ ਕਿ ਲੰਮੀਆਂ ਕੈਦਾਂ ਤੋਂ ਬਾਅਦ, ਉਹ ਖੱਬੇ ਪੱਖੀ ਲਹਿਰ ਨਾਲ ਜੁੜੇ ਜੀ। ਪੰਜਾਬ ਪੰਜਾਬ ਦੇ ਕਮਿਊਨਿਸਟਾਂ ਨੇ ਜ਼ਮੀਨ ਦੀ ਲੜਾਈ, ਹੋਰ ਬੜੀਆਂ ਲੜਾਈਆਂ ਲੜੀਆਂ, ਔਰ ਉਹਨਾਂ 'ਤੇ ਮਾਣ ਕਰ ਸਕਦੇ ਆ। ਲੇਕਿਨ ਇਹ ਸੱਚਾਈ ਆ ਵੀ ਜਿਸ ਪੱਧਰ ਦੀ ਲਹਿਰ ਅੱਜ ਹੋਣੀ ਚਾਹੀਦੀ ਸੀ ਪੰਜਾਬ ਦੇ ਵਿੱਚ, ਉਸ ਪੱਧਰ ਦੀ ਨਹੀਂ ਹੈ। ਉਹਦੇ ਬੜੇ ਕਾਰਨ ਆ, ਸਾਡੇ ਕੋਈ ਆਪਣੇ ਵੀ ਕਾਰਨ ਆ ਕਮਿਊਨਿਸਟ ਲਹਿਰ ਦੇ, ਕੁਝ ਕਾਰਨ ਸਾਨੂੰ ਹਾਲਾਤ ਨੂੰ ਨਾ ਸਮਝਣ ਦੇ ਆ। ਤਾਂ ਮੈਂ ਸਮਝਦਾ ਕਿ ਕਿਸੇ ਪੱਖੋਂ ਕੁਰਬਾਨੀ ਦੀ ਘਾਟ ਨਹੀਂ, ਔਰ ਪੰਜਾਬ ਦੀ ਜ਼ਮੀਨ ਅੱਜ ਵੀ ਖੱਬੇ ਪੱਖੀ ਲਹਿਰ ਦੇ ਵਧਣ ਫੁੱਲਣ ਵਾਸਤੇ ਬਹੁਤ ਹੀ ਉਪਜਾਊ ਜ਼ਮੀਨ ਆ। ਜਿੱਥੇ ਗੁਰੂਆਂ ਨੇ ਬਾਣੀ ਰਚੀ ਆ, ਜਿੱਥੇ ਸਾਂਝੀਵਾਲਤਾ ਦਾ ਸੁਨੇਹਾ ਗਿਆ, ਜਿੱਥੇ ਗਦਰ ਪਾਰਟੀ ਨੇ ਬਹੁਤ ਵੱਡਾ ਕੰਮ ਕੀਤਾ, ਮੈਂ ਸਮਝਦਾ ਕਿ ਇਹ ਸਾਰੀ ਖੱਬੇ ਪੱਖੀ ਵਿਚਾਰਧਾਰਾ ਹੀ ਕਹੀ ਜਾ ਸਕਦੀ ਆ। ਅਸੀਂ ਉਹਦੇ ਉੱਤੇ ਕੰਮ ਕਿੱਦਾਂ ਕਰਨਾ ਆ, ਇਹ ਸਾਡਾ ਇੱਕ ਬਹੁਤ ਹੀ ਜ਼ਿੰਮਾ ਵੀ ਆ, ਔਰ ਸਾਨੂੰ ਮਿਹਨਤ ਕਰਨੀ ਚਾਹੀਦੀ, ਅਸੀਂ ਉੱਤੇ ਕੰਮ ਕਰੀਏ। ਜਿਹੜੀ ਸਾਡੀ ਕੇਂਦਰੀ ਰਾਜਨੀਤੀ ਹੈ, ਭਾਰਤ ਸਰਕਾਰ ਦੀ ਜਦੋਂ ਗੱਲ ਆਉਂਦੀ ਹੈ ਤਾਂ ਕਾਂਗਰਸ ਸਰਕਾਰ ਨੇ ਲੰਬਾ ਸਮਾਂ ਰਾਜ ਕੀਤਾ ਬਾਕੀ ਪਾਰਟੀਆਂ ਨਾਲੋਂ ਰਲਾ ਮਿਲਾ ਕੇ, ਅਤੇ ਜਿਹੜੇ ਖੱਬੇ ਪੱਖੀ ਸਨ CPI ਜਾਂ CPIM ਵਾਲੇ, ਇਹ ਤਕਰੀਬਨ ਇੱਕ ਕਿਸਮ ਦੇ ਬਰਾਬਰ ਜਿਹੜਾ ਸੀ ਉਹ ਨਾਲ ਚੱਲਦੇ ਵੀ ਰਹੇ, ਸਮੇਂ ਤੇ ਕਾਂਗਰਸ ਨਾਲ ਵੇਖਿਆ ਵੀ ਗਿਆ। ਫਿਰ ਇੱਕ ਸਮਾਂ ਆਇਆ ਕਿ ਡਾਕਟਰ ਮਨਮੋਹਨ ਸਿੰਘ ਦੇ ਵੇਲੇ ਨਿਊਕਲੀਅਰ ਡੀਲ ਦੇ ਮੁੱਦੇ ਤੇ ਇਹ ਧਿਰਾਂ ਪੈਰ ਪਿਛਾਂ ਖਿੱਚ ਗਈਆਂ। ਫਿਰ ਕਾਮਰੇਡ ਮੰਗਤ ਰਾਮ ਪਾਸਲਾ ਜੀ ਦੇ ਬਾਰੇ ਇਹ ਵੀ ਸੁਣਨ ਨੂੰ ਮਿਲਿਆ
ਕਿ ਕੇਂਦਰੀ ਲੀਡਰਸ਼ਿਪ ਦੇ ਨਾਲ ਬਹੁਤੇ ਖੁਸ਼ ਨਹੀਂ ਸਨ ਤੇ ਉਹਨਾਂ ਦਾ ਇਹੋ ਹੀ ਕਹਿਣਾ ਸੀ ਕਿ ਜਿਸ ਤਰ੍ਹਾਂ ਦਾ ਫਾਸਲਾ ਅਸੀਂ ਭਾਜਪਾ ਤੇ ਹੋਰਨਾਂ ਪਾਰਟੀਆਂ ਨਾਲ ਰੱਖਦੇ ਹਾਂ ਜਿਹੜੀਆਂ ਫਿਰਕਾ ਪ੍ਰਸਤੀ ਕਰਦੀਆਂ ਨੇ, ਸਾਨੂੰ ਕਾਂਗਰਸ ਨਾਲ ਵੀ ਉਵੇਂ ਦਾ ਫਾਸਲਾ ਰੱਖਣਾ ਚਾਹੀਦਾ ਸੀ। ਕੀ ਇਹ ਗੱਲ ਠੀਕ ਹੈ? ਦੇਖੋ, ਦੋ ਗੱਲਾਂ ਆ। ਇੱਕ ਤਾਂ ਇਹ ਆ ਕਿ ਸਾਡੀ ਸਮਝਦਾਰੀ ਜਮਾਤਾਂ ਦੇ ਆਧਾਰ ਤੇ ਹੁੰਦੀ ਆ, ਇੰਡੀਵਿਜੂਅਲ ਦੇ ਆਧਾਰ ਤੇ ਨਹੀਂ ਹੁੰਦੀ। ਜੇ ਜਿਹੜੀਆਂ ਪਾਰਟੀਆਂ ਲੁਟੇਰੀ ਜਮਾਤਾਂ ਦੀਆਂ ਤਰਜਮਾਨੀ ਕਰਦੀਆਂ, ਉਹਨਾਂ ਦੀਆਂ ਨੀਤੀਆਂ ਲਾਗੂ ਕਰਦੀਆਂ, ਉਹ ਸਾਡੀਆਂ ਮਿੱਤਰ ਨਹੀਂ ਹੋ ਸਕਦੀਆਂ। ਇਸ ਲਈ ਜਦੋਂ ਅਸੀਂ 2-4 ਸੀਟਾਂ ਵਾਸਤੇ ਕਿਤੇ ਕੋਈ ਇਦਾਂ ਦਾ ਮੌਕਾ ਪ੍ਰਸਤੀ ਕਰਦੇ ਹਾਂ, ਉਹਦਾ ਲੰਮੇ ਸਮੇਂ ਲਈ ਲਹਿਰ ਲਈ ਬਹੁਤ ਨੁਕਸਾਨ ਹੁੰਦਾ। ਇਸ ਗੱਲ ਦੇ ਅਸੀਂ ਕਮਿਊਨਿਸਟ ਹਮੇਸ਼ਾ ਵਿਰੋਧੀ ਰਹੇ ਹਾਂ ਔਰ ਅਸੂਲੀ ਕਮਿਊਨਿਸਟ ਰਹਿਣਾ ਚਾਹੀਦਾ ਹੈ। ਬਰਾਬਰਤਾ ਦੂਰੀ ਦਾ ਮਸਲੇ ਨਾਲੋਂ ਜ਼ਿਆਦਾ ਮਸਲਾ ਇਹ ਆ ਵੀ ਕੀ ਅੱਜ ਉਹ ਦੇਸ਼ ਦੀ ਹਾਲਤ ਆ ਉਹ ਇਹਨਾਂ ਪਾਰਟੀਆਂ ਦੀ ਨੀਤੀਆਂ ਕਾਰਨ ਹੋਈ ਆ ਕਿ ਜਾਂ ਕਿਸੇ ਹੋਰ ਕਾਰਨ ਕਰਕੇ ਹੋਈ ਆ। ਜੇ ਸਾਡੀ ਗੁਰਬਤ, ਸਾਡੇ ਦੇਸ਼ ਦੇ ਹਾਲਾਤ ਮਾੜੇ ਆ, ਇਹਨਾਂ ਪਾਰਟੀਆਂ ਦੀ ਨੀਤੀਆਂ ਕਾਰਨ ਆ, ਫਿਰ ਸਾਨੂੰ ਉਹਨਾਂ ਦੇ ਨਾਲ ਚੋਣ ਸਮਝੌਤੇ ਕਰਕੇ ਸਰਕਾਰਾਂ ਵਿੱਚ ਸ਼ਾਮਲ ਹੋਣਾ, ਉਹਨਾਂ ਦੇ ਨਾਲ ਰਲਗੱਡ ਹੋਣਾ, ਇਹ ਬਹੁਤ ਹੀ ਘਾਟੇ ਬੰਦਾ ਸੌਦਾ ਆ। ਔਰ ਮੈਂ ਸਮਝਦਾ ਜਿਹੜਾ ਤੁਸੀਂ ਸ਼ਾਇਦ ਪੁਆਇੰਟ ਬਿਲਡ ਕੀਤਾ ਆ, ਮੈਨੂੰ ਇਸ ਗੱਲ ਦਾ ਮਾਣ ਆ ਕਿ ਜਦੋਂ ਇਹ ਮਸਲਾ ਆਇਆ ਵੀ ਜਿਸ ਕਾਂਗਰਸ ਪਾਰਟੀ ਦੇ ਖਿਲਾਫ ਲੜ ਕੇ CPM ਨੇ MP ਬਣਾਏ ਆਪਣੇ ਸਾਰੇ ਦੇਸ਼ 'ਚ ਚੰਗੀ, ਉਸੇ ਕਾਂਗਰਸ ਦੀ ਮਦਦ ਨਾਲ ਪ੍ਰਧਾਨ ਮੰਤਰੀ ਬਣਨ ਦੀ ਆਫਰ ਆ ਗਈ ਜੋਤੀ ਬਸੂ ਨੂੰ। ਤੇ ਮੈਂ ਸਮਝਦਾ ਕਿ ਇਹ ਮੈਨੂੰ ਸਾਡੇ ਲਈ ਗਰਵ ਦੀ ਗੱਲ ਹੈ। ਇਸ ਪਾਰਟੀ ਦੇ ਸਿਧਾਂਤ ਨੂੰ ਸਮਝਿਆ ਅਸੀਂ ਵਿਰੋਧਤਾ ਕੀਤੀ ਡਟ ਕੇ ਵੀ ਜਿਸ ਪਾਰਟੀ ਨੂੰ ਅਸੀਂ ਹਰਾ ਕੇ ਚੋਣਾਂ ਜਿੱਤੇ ਹਾਂ, ਉਸ ਪਾਰਟੀ ਦੀ ਮਦਦ ਨਾਲ ਪ੍ਰਧਾਨ ਮੰਤਰੀ ਬਣ ਕੇ ਅਸੀਂ ਲੋਕਾਂ ਕੋਲ ਕਿਹੜਾ ਮੂੰਹ ਲੈ ਕੇ ਜਾਵਾਂਗੇ। ਔਰ ਉਹ ਹਰਾਉਣ ਵਿੱਚ ਮੇਰੇ ਪੰਜਾਬ ਦੇ ਮੇਰੇ ਸਾਥੀ ਹਰਕਮਲ ਸਿੰਘ ਦਾ ਵੱਡਾ ਹੱਥ ਹੈ, ਕਿਉਂਕਿ ਥੋੜ੍ਹੀਆਂ ਵੋਟਾਂ ਨਾਲ ਹੀ ਸਾਡੀ ਉਹ ਜਿੱਤ ਹੋਈ ਸੀ। ਮੈਂ ਸਮਝਦਾ ਕਿ ਇਸ ਮੌਕਾ ਪ੍ਰਸਤੀ ਤੋਂ ਬਚਣ ਦਾ ਯਤਨ ਬੜਾ ਕੀਤਾ, ਪਰ ਭਾਰੂ ਲੀਡਰਸ਼ਿਪ ਦੀ ਸਮੱਸਿਆ ਇਹ ਆ ਵੀ ਉਹ ਭੁੱਲ ਗਿਆ ਗੱਲ ਕਿ ਮੌਜੂਦਾ ਚੌਕਠੇ ਵਿੱਚ ਜਦੋਂ ਤੁਸੀਂ ਲੋਕ ਵਿਰੋਧੀ ਨੀਤੀਆਂ ਵਾਲੇ ਧਿਰਾਂ ਨਾਲ ਜੁੜੋਗੇ ਤਾਂ ਤੁਹਾਡਾ ਚਿਹਰਾ ਵੀ ਲੋਕਾਂ 'ਚ ਉਸ ਤਰ੍ਹਾਂ ਦਾ ਨਹੀਂ ਰਹੇਗਾ, ਤੁਹਾਨੂੰ ਵੀ ਜ਼ਿੰਮਾ ਚੱਕਣਾ ਪਏਗਾ। ਔਰ ਦੇਸ਼ ਵਿੱਚ ਫਾਸ਼ੀਵਾਦੀ ਤਾਕਤਾਂ ਦਾ ਉੱਭਰਨਾ ਇਸ ਗੱਲ ਦਾ ਪ੍ਰਮਾਣ ਆ ਕਿ ਜਦੋਂ ਤੁਸੀਂ ਲੋਕਾਂ ਦੇ ਮੁੱਦਿਆਂ ਦੇ ਕੰਪਰੋਮਾਈਜ਼ ਕਰੋਗੇ, ਉਦੋਂ ਫਿਰ ਸੱਜੇ ਪੱਖੀ ਤਾਕਤਾਂ ਉਹਦਾ ਲਾਭ ਲੈਣਗੀਆਂ। ਜੇ ਕਾਂਗਰਸ ਪਾਰਟੀ ਦੇ ਖਿਲਾਫ ਖੱਬੇ ਪੱਖੀ ਦੇਸ਼ ਦੇ ਲੋਕ ਸਾਰੇ ਪੱਧਰ ਤੇ ਲੜਦੇ ਹੁੰਦੇ ਲਗਾਤਾਰ ਹੀ, ਮੈਂ ਸਮਝਦਾ ਸ਼ਾਇਦ ਇਸ ਪੱਧਰ ਤੇ BJP ਦਾ ਵੱਡਾਪਣ ਨਾ ਆਉਂਦਾ, ਉਹ ਵੱਡੀ ਪਾਰਟੀ ਨਾ ਬਣਦੀ। ਇਹ ਜਿੱਥੇ BJP ਦੀ ਵਿਚਾਰਧਾਰਾ ਬੜੀ ਖਤਰਨਾਕ ਆ, ਕਾਂਗਰਸ ਦੀਆਂ ਨੀਤੀਆਂ ਜ਼ਿੰਮੇਵਾਰ ਆ, ਉੱਥੇ ਇੱਕ ਹੱਦ ਤੱਕ ਅਸੀਂ ਖੱਬੇ ਪੱਖੀ ਵੀ ਜ਼ਿੰਮੇਵਾਰ ਆ। ਅਸੀਂ ਇਸ ਸਿਸਟਮ ਨੂੰ ਪੂਰਾ ਨਹੀਂ ਸਮਝਿਆ ਔਰ ਭਾਰਤ ਦੇ ਜਿਹੜਾ ਇਤਿਹਾਸ ਹੈ, ਧਰਾਤਲ ਆ, ਅਸੀਂ ਉਹਦੇ ਨਾਲ ਉਸ ਤਰ੍ਹਾਂ ਨਹੀਂ ਜੁੜੇ ਜਿੱਦਾਂ ਸਾਨੂੰ ਜੁੜਨਾ ਚਾਹੀਦਾ। ਜੇ ਕਾਂਗਰਸ ਇੰਨਾ ਸਮਾਂ ਸੱਤਾ ਤੇ ਕਾਬਜ਼ ਰਹੀ ਹੈ ਤਾਂ ਮਹਿਜ਼ ਇੱਕ ਨਿਊਕਲੀਅਰ ਡੀਲ ਦੇ ਮੁੱਦੇ ਤੇ ਆਪਣੀ ਸਪੋਰਟ ਵਾਪਸ ਲੈ ਲੈਣੀ ਤੇ ਉਸ ਤੋਂ ਬਾਅਦ ਜਿਹੜੀਆਂ ਦੂਸਰੀਆਂ ਸੱਜੇ ਪੱਖੀ ਪਾਰਟੀਆਂ ਸੀ ਜਿਨ੍ਹਾਂ ਵਿੱਚ BJP ਵੀ ਆ, ਹੋਰ ਵੀ ਆ, ਉਹਨਾਂ ਨੇ ਫਿਰ ਸਿਰ ਚੁੱਕ ਲਿਆ ਕਿ ਇਹ ਸੋਚ ਕੇ ਕਿ ਇੱਕ ਇਹਨਾਂ ਦਾ ਪੱਕਾ ਸਪੋਰਟਰ ਤੇ ਇਹਨਾਂ ਨਾਲੋਂ ਪਾਸੇ ਹੁਣ ਹਟ ਗਿਆ ਤੇ ਇਸ ਨਾਲੋਂ ਉਹਨਾਂ ਤਾਕਤਾਂ ਨੂੰ ਹਵਾ ਨਹੀਂ ਮਿਲੀ, ਉਹ ਮਜ਼ਬੂਤ ਨਹੀਂ ਹੋਈਆਂ। ਪਹਿਲਾਂ ਤਾਂ ਜਦੋਂ ਤੁਸੀਂ ਗਏ ਹੋ, ਤੁਸੀਂ ਸਪੇਸ ਦੇ ਦਿੱਤੀ BJP ਨੂੰ। ਜਦੋਂ ਖੱਬੇ ਪੱਖੀ ਲੋਕ ਇੱਕ ਲੁਟੇਰੀ ਜਮਾਤ ਦੀ ਪਾਰਟੀ ਨਾਲ ਰਲਦੇ ਆ, ਜਿਹੜੀ ਜਗ੍ਹਾ ਖਾਲੀ ਹੁੰਦੀ ਹੈ ਉਸ ਜਗ੍ਹਾ ਵਿੱਚ ਵੀ ਕੋਈ ਸ਼ਕਤੀ ਵੀ ਐਂਟਰ ਕਰ ਸਕਦੀ ਹੈ ਜੀ। ਉਹ ਜਗ੍ਹਾ ਵਿੱਚ ਹੀ BJP ਨੇ ਐਂਟਰ ਕੀਤਾ ਆ। ਕੁਦਰਤੀ ਤੌਰ ਤੇ ਜਦੋਂ ਫਿਰ ਛੱਡਿਆ, ਉਸ ਜਗ੍ਹਾ 'ਚ ਪਹਿਲਾਂ ਐਂਟਰ ਕਰ ਚੁੱਕੀ ਸੀ BJP। ਉਹਨੇ ਕਿਹਾ ਵੀ ਇਹ ਪਹਿਲਾਂ ਵੀ ਉਹਨਾਂ ਨਾਲ ਸੀ ਗਲਤ ਗੱਲਾਂ ਦੇ ਤੌਰ ਤੇ ਹੁਣ ਫਿਰ ਇਹ ਬਾਹਰ ਆ ਗਏ ਆ, ਹੁਣ ਵੀ ਇਹ ਠੀਕ ਨਹੀਂ ਹੈ। ਉਹ ਸਪੇਸ ਉਹ ਭਰ ਗਏ ਪੈ ਗਏ। ਇਹੀ ਮਸਲਾ ਸਾਡਾ ਬਣਿਆ, ਅਸੀਂ ਉਸ ਸਪੇਸ ਨੂੰ ਦਿੱਤਾ ਆ। ਜੇ ਨਾ ਦਿੱਤਾ ਹੁੰਦਾ ਅੱਜ ਦੇਸ਼ ਵਿੱਚ ਇਸ ਪੱਧਰ ਦੇ ਉੱਤੇ BJP ਤਗੜੀ ਹੋ ਕੇ ਨਾ ਨਿਕਲਦੀ। ਕਾਮਰੇਡ ਜੋਤੀ ਬਾਸੂ ਤੇ ਸੋਮਨਾਥ ਚੈਟਰਜੀ ਵੱਡੇ ਨਾਮ ਸਨ। ਜਦੋਂ ਤੁਸੀਂ ਇਹ ਕਿਹਾ ਕਿ ਮਾਸਟਰ ਹਰਕਮਲ ਸਿੰਘ ਤੇ ਤੁਸੀਂ ਉਹਨਾਂ ਆਗੂਆਂ ਦੇ ਵਿੱਚੋਂ ਸੋ ਜਿਨ੍ਹਾਂ ਨੇ ਇਸ ਚੀਜ਼ ਦੇ ਖਿਲਾਫ ਵੋਟ ਪਾਈ ਕਿ ਸਾਨੂੰ ਕੋਈ ਅਹੁਦਾ ਨਹੀਂ ਕਬੂਲਣਾ ਚਾਹੀਦਾ, ਤੇ ਜਦੋਂ ਉਹ ਵੱਡੇ ਨਾਮ ਵੀ ਸਨ, ਇਸ ਗੱਲ ਵਿੱਚ ਵੀ ਮੰਨਣਾ ਪਏਗਾ, ਉਹ ਸਪੀਕਰ ਵੀ ਸਨ ਤੇ ਉਧਰੋਂ ਮੁੱਖ ਮੰਤਰੀ ਰਹੇ ਬੰਗਾਲ ਦੇ ਇੰਨਾ ਲੰਬਾ ਸਮਾਂ, ਤੇ ਉਹ ਚਿਹਰੇ ਫਿਰ ਜਦੋਂ ਇਹ ਮਯੂਸ ਜਿਹਾ ਹੋ ਗਏ ਜਾਂ ਉਹ ਇੱਕ ਮੁੱਖ ਦ੍ਰਿਸ਼ ਤੋਂ ਲਾਂਭੇ ਹੋ ਗਏ, ਉਸ ਦਾ ਵੀ ਨੁਕਸਾਨ ਹੋਇਆ ਪਾਰਟੀ ਨੂੰ। ਮੈਂ ਸਮਝਦਾ ਕਿ ਜਿਹੜਾ ਕਨਫਿਊਜ਼ਨ ਲੋਕਾਂ 'ਚ ਚਲਾ ਗਿਆ ਨਾ ਬਈ CPM ਅਸੂਲਾਂ ਦੇ ਆਧਾਰ ਤੇ ਬਣੀ ਸੀ, ਇਹ ਵੀ ਬੇਅਸੂਲਾਪਣ ਉਦੋਂ ਹੀ ਕਰਨ ਲੱਗ ਪਏ ਜਿੱਦਾਂ CPI ਕਰਦੀ ਸੀ। ਜੇ ਅਸੂਲ ਦਾ ਕੋਈ ਕੀਮਤ ਨਾ ਹੁੰਦੀ ਤੇ 64 ਵਿੱਚ ਵੱਖਰੀ ਪਾਰਟੀ ਬਣਾਉਣ ਦੀ ਕੀ ਲੋੜ ਸੀ। 64 ਵਿੱਚ CPI ਦੋ ਜਗ੍ਹਾ ਵੰਡੀ ਗਈ, CPI ਤੇ CPM ਜੀ। CPM ਨੇ ਲਾਈਨ ਲਈ ਬਈ ਦੁਨੀਆ ਦਾ ਇਤਿਹਾਸ ਜਮਾਤੀ ਘੋਲਾਂ ਦਾ ਇਤਿਹਾਸ ਹੈ ਤੇ ਭਾਰਤ ਵਿੱਚ ਵੀ ਜਮਾਤੀ ਘੋਲਾਂ ਤੋਂ ਬਿਨਾਂ ਅੱਗੇ ਨਹੀਂ ਵਧਿਆ ਜਾ ਸਕਦਾ। ਉਹ ਜਮਾਤੀ ਘੋਲ ਕਰਕੇ ਹੀ ਬੰਗਾਲ ਵਿੱਚ ਸਰਕਾਰ ਬਣੀ, ਉਹ ਜਮਾਤੀ ਘੋਲਾਂ ਕਰਕੇ ਹੀ ਕੇਰਲਾ ਵਿੱਚ ਸਰਕਾਰ ਬਣੀ। ਜਦੋਂ ਅਸੀਂ ਜਮਾਤੀ ਘੋਲਾਂ ਦੀ ਲਾਈਨ ਨੂੰ ਛੱਡ ਰਹੇ ਹਾਂ ਤੇ ਲਾਜ਼ਮੀ ਤੌਰ ਤੇ ਫਿਰ ਉਹ ਲੋਕ ਸਾਨੂੰ ਬੇਅਸੂਲਾ ਕਹੋਗੇ। ਮੈਂ ਸਮਝਦਾ ਕਿ ਨਾ ਵੱਡੇ ਸਨ ਜੋਤੀ ਬਸੂ ਦੇ, ਉਹਨਾਂ ਨੂੰ ਮੈਂ ਨਿੱਜੀ ਤੌਰ ਤੇ ਕੋਈ ਉਹਨਾਂ ਨੂੰ ਬਲੇਮ ਨਹੀਂ ਦਿੰਦਾ, ਪਰ ਇਹ ਸੱਚਾਈ ਗੱਲ ਦੀ ਇਹ ਆ
ਵੀ ਉਹ ਜਿਹੜਾ ਉਹਦਾ ਪੈਂਤਰ ਹੀ ਇਹ ਲੈਣਾ ਵੀ ਅਸੀਂ ਇਹ ਸਰਮਾਏਦਾਰ ਪਾਰਟੀਆਂ ਰਲ ਕੇ ਪ੍ਰਧਾਨ ਮੰਤਰੀ ਬਣ ਜਾਵਾਂਗੇ, ਸਾਡਾ ਅਕਸ ਉਦੋਂ ਹੀ ਥੱਲੇ ਆਉਣਾ ਸ਼ੁਰੂ ਹੋ ਗਿਆ ਸੀ। ਜਦੋਂ ਸੋਮਨਾਥ ਚੈਟਰਜੀ ਸਪੀਕਰ ਬਣ ਗਿਆ, ਕਈ ਲੋਕਾਂ ਨੇ ਕਿਹਾ ਜੀ ਸਪੀਕਰ ਦਾ ਉਹਦਾ ਕਿਹੜਾ ਕੋਈ ਮੰਤਰੀ ਹੁੰਦਾ। ਮੈਂ ਸਮਝਦਾ ਕਿ ਭਾਵੇਂ ਸਪੀਕਰ ਹੋਵੇ ਚਾਹੇ ਉਹ ਮੰਤਰੀ ਹੋਵੇ, ਉਹ ਸਰਕਾਰ ਦਾ ਹਿੱਸਾ ਬਣ ਜਾਂਦਾ ਆ। ਫਿਰ ਜਦੋਂ ਮੌਕਾ ਆਇਆ ਸਰਕਾਰ ਨੂੰ ਛੱਡਣ ਦਾ ਕਾਂਗਰਸ ਨੂੰ, ਉਹ ਸਪੀਕਰ ਸਾਹਿਬ ਨੇ ਕਿਹਾ ਵੀ ਮੈਂ ਪਾਰਟੀ ਛੱਡ ਸਕਦਾ, ਮੈਂ ਸਪੀਕਰਸ਼ਿਪ ਨਹੀਂ ਛੱਡਣੀ। ਇਸ ਦਿਖਾਉਣ ਸਭ ਤੋਂ ਵੱਡਾ, ਕਾਂਗਰਸ ਜਾਨਾਂ ਭਰ ਜਾਂਦੇ, ਅਸੂਲ ਨਹੀਂ ਛੱਡਦੇ। ਉਹ ਕਹਿੰਦਾ ਮੈਂ ਹੁਣ ਸਪੀਕਰ ਦੀ ਡਿਊਟੀ ਨਹੀਂ ਛੱਡ ਸਕਦਾ, ਮੈਂ ਪਾਰਟੀ ਤੋਂ ਤਿਆਗ ਪੱਤਰ ਦੇ ਦਿੰਦਾ। ਉਹਨੂੰ ਪਾਰਟੀ ਤੋਂ ਬਾਹਰ ਕਰਨਾ ਪਿਆ। ਇਹ ਸਾਡੀ ਮਤਲਬ ਇਸ ਕੁਰਾਹੇ ਪੈਣਾ ਹੀ ਗਲਤ ਸੀ ਸਾਡੇ ਲਈ। ਤਾਂ ਮੈਂ ਸਮਝਦਾ ਕਿ ਇੱਕ ਵਾਰੀ ਕੁਰਾਹੇ ਨਹੀਂ ਪਏ, ਕਈ ਸੇਧਾਂ ਦੇ ਪੈਂਦੇ ਰਹੇ ਆ ਜਿਹਦੇ ਕਰਕੇ ਨੁਕਸਾਨ ਹੋਇਆ। ਹੋਰ ਵੀ ਬੜੇ ਕਾਰਨ ਆ। ਇੱਕ ਵੱਡਾ ਕਾਰਨ ਮੈਂ ਜਿਵੇਂ ਪਹਿਲਾਂ ਕਿਹਾ ਉਹ ਇਹ ਆ ਵੀ ਅਸੀਂ ਆਪਣੇ ਧਰਾਤਲ ਨਾਲ, ਮਾਰਕਸਵਾਦ ਇੱਕ ਫਲਸਫਾ ਆ, ਉਹ ਤੁਹਾਨੂੰ ਸਰਮਾਏਦਾਰੀ ਸਮਝਣ ਨੂੰ ਮਦਦ ਕਰਦਾ। ਉਹ ਦੱਸਦਾ ਵੀ ਪੂੰਜੀਵਾਦ ਇੱਦਾਂ ਲੁੱਟ ਕਰਦਾ ਜੀ, ਪਰ ਉਹ ਕੋਈ ਇੱਦਾਂ ਦੀ ਚੀਜ਼ ਨਹੀਂ ਹੈ ਵੀ ਜਿਹੜੀ ਕੋਈ ਜਾ ਕੇ ਪੱਥਰ ਆ ਵੀ ਤੁਸੀਂ ਆ ਕੇ ਰੱਖਤਾ ਤੇ ਇੱਥੇ ਲਾਗੂ ਹੋ ਜਾਣਾ ਬਹਿ ਕੇ। ਮਾਰਕਸਵਾਦ ਨੂੰ ਪੜ੍ਹ ਕੇ, ਉਹ ਗਿਆਨ ਹਾਸਲ ਕਰਕੇ ਅਸੀਂ ਆਪਣੇ ਧਰਾਤਲ ਦੀਆਂ ਹਾਲਤਾਂ ਅਨੁਸਾਰ ਲਾਗੂ ਕਰਨਾ ਉਹਨੂੰ। ਜੇ ਉਹਨੂੰ ਧਰਾਤਲ ਨੂੰ ਨਹੀਂ ਸਮਝਦੇ, ਉਦਾਹਰਨ ਦੇ ਤੌਰ 'ਤੇ ਬਈ ਪੰਜਾਬ ਦੀਆਂ ਹਾਲਤਾਂ 'ਚ ਜੇ ਤੁਸੀਂ ਲੋਕਾਂ ਨੂੰ ਜੁਝਾਰੂ ਬਣਾਉਣਾ ਆ, ਤੇ ਜਿਹੜਾ ਪੰਜਾਬ ਦਾ ਜੁਝਾਰੂ ਵਿਰਸਾ ਆ ਉਹਨੂੰ ਪਾਸੇ ਕਰਕੇ ਥੋੜ੍ਹੀ ਬਣਾਇਆ ਜਾ ਸਕਦਾ, ਕੋਈ ਨਹੀਂ ਹੋ ਸਕਦਾ। ਮਾਰਕਸ ਨੇ ਗੱਲ ਜਿਹੜੀ ਕਹੀ ਅੱਜ ਤੋਂ ਕੋਈ 150-125 ਸਾਲ ਪਹਿਲਾਂ, ਉਹ ਗੱਲ ਬਾਬੇ ਨਾਨਕ ਨੇ 500 ਸਾਲ ਪਹਿਲਾਂ ਕਹੀ ਵੀ ਪੂੰਜੀ ਬਿਨਾਂ ਲੁੱਟ ਤੋਂ ਇਕੱਠੀ ਨਹੀਂ ਹੁੰਦੀ, ਮਾਇਆਧਾਰੀ ਬਿਨਾਂ ਲੁੱਟ ਤੋਂ ਨਹੀਂ ਬਣ ਸਕਦਾ। ਮਾਰਕਸ ਨੇ 1848 ਵਿੱਚ ਇਹ ਮੈਨੀਫੈਸਟੋ ਜਾਰੀ ਕਰਕੇ ਕਿਹਾ ਵੀ ਸੱਚਾਈ ਆ ਵੀ ਪੂੰਜੀ ਇਕੱਤਰ ਕਰਨਾ ਬਿਨਾਂ ਲੁੱਟ ਤੋਂ ਬਿਨਾਂ ਨਹੀਂ ਹੋ ਸਕਦਾ ਕੰਮ। ਹੁਣ ਮੈਂ ਸਮਝਦਾ ਕਿ ਮੈਂ ਇਹ ਨਹੀਂ ਕਹਿੰਦਾ ਵੀ ਮਾਰਕਸ ਨੇ ਬਾਬੇ ਨਾਨਕ ਨੂੰ ਫੋਲੋ ਕੀਤਾ। ਬਾਬੇ ਨਾਨਕ ਨੇ ਇੱਕ ਸੱਚਾਈ ਪੇਸ਼ ਕੀਤੀ, ਉਹਨੂੰ ਸਾਇੰਟੀਫਿਕ ਵੇ ਨਾਲ ਮਾਰਕਸ ਨੇ ਪੇਸ਼ ਕਰਤਾ। ਹੁਣ ਅਸੀਂ ਜਦੋਂ ਪੰਜਾਬ ਦੀ ਧਰਤੀ 'ਤੇ ਲਾਗੂ ਕਰਨਾ, ਤੇ ਮੈਨੂੰ ਫਿਰ ਮਾਰਕਸ ਦੇ ਨਾਲ ਬਾਬੇ ਨਾਨਕ ਦਾ ਫਲਸਫਾ ਲੋਕਾਂ 'ਚ ਪ੍ਰਚਾਰਨਾ ਕਿਉਂ ਨਹੀਂ ਚਾਹੀਦਾ? ਮੈਨੂੰ ਕੁਰਬਾਨੀ, ਗੁਰੂ ਗੋਬਿੰਦ ਸਿੰਘ ਦੇ ਬੱਚਿਆਂ ਦੀ ਕੁਰਬਾਨੀ ਕਿਉਂ ਮੇਰੇ ਦਿਮਾਗ 'ਚ ਨਹੀਂ ਆਉਂਦੀ? ਬੰਦਾ ਬਹਾਦਰ ਜਿਹੜਾ ਜਿਹਨੇ ਜ਼ਮੀਨ ਦੀ ਬਹੁਤ ਵੱਡੀ ਵੰਡ ਕੀਤੀ ਆ, ਪੰਜਾਬ ਦਾ ਜ਼ਮੀਨੀ ਦਾ ਇਨਕਲਾਬ ਦਾ ਉਹ ਬੁਨਿਆਦੀ ਵੱਡਾ ਲੀਡਰ ਪਹਿਲਾ ਹੋਇਆ, ਮੈਂ ਉਹਦਾ ਜ਼ਿਕਰ ਕਿਉਂ ਨਾ ਕਰਾਂ ਲੋਕਾਂ ਜਾ ਕੇ ਵੀ ਉਹਨੇ ਬੇਜ਼ਮੀਨੇ ਲੋਕਾਂ ਨੂੰ ਜ਼ਮੀਨਾਂ ਵਾਲੇ ਬਣਾਇਆ। ਇਹੀ ਕਾਰਨ, ਇਸੇ ਤਰ੍ਹਾਂ ਜਿਹੜਾ ਪੰਜਾਬ ਦਾ ਦੇਸ਼ ਦਾ ਸੋਸ਼ਲ ਕੰਟਰਡਿਕਸ਼ਨ ਆ, ਜਾਤੀ ਪਾਤੀ ਮਸਲਾ ਆ, ਇਸ ਨੂੰ ਸਮਝ ਨਹੀਂ ਸਕੇ। ਹਾਲਾਂਕਿ ਬਾਬੇ ਨਾਨਕ ਜੀ ਤੋਂ ਪਹਿਲਾਂ ਵੀ ਰਵਿਦਾਸ ਜੀ ਨੇ ਕਿਹਾ ਵੀ ਇਸ ਸਮਾਜ ਨਾਲ ਬਹੁਤ ਅਨਿਆਂ ਹੋ ਰਿਹਾ। ਬਾਬੇ ਨਾਨਕ ਜੀ ਨੂੰ ਕਹਿਣਾ ਪਿਆ ਵੀ ਮੈਂ ਇਹਨਾਂ ਵਿੱਚੋਂ ਹੀ ਹਾਂ, ਨੀਚਾ ਅੰਦਰ ਨੀਚ ਹੂੰ, ਨੀਚੀ ਹੂੰ ਅਤ ਨੀਚ। ਉਹਨੂੰ ਸਮਝ ਸੀ ਨਹੀਂ ਇਸ ਗੱਲ ਦੀ ਵੀ ਸਮਾਜ ਵਿੱਚ ਮਸਲਾ ਆ। ਲੇਕਿਨ ਅਸੀਂ ਕਮਿਊਨਿਸਟ 100 ਸਾਲ ਸਾਨੂੰ ਭਾਰਤ ਵਿੱਚ ਬਣਿਆ ਨੂੰ ਹੋ ਗਿਆ। ਜਿਸ ਪੱਧਰ 'ਤੇ ਸਮਝਣਾ ਚਾਹੀਦਾ ਸੀ ਮਸਲਾ, ਮੈਂ ਜ਼ਿੰਮੇਵਾਰੀ ਨਾ ਕਹਿੰਦਾ, ਮੈਂ ਇਸ ਪਾਰਟੀ 'ਚ 50 ਸਾਲ ਦਾ ਕੰਮ ਕਰਦਾ। ਪਿਛਲੇ 20 ਸਾਲਾਂ 'ਚ ਅਸੀਂ ਯਤਨ ਕੀਤਾ ਵੱਖਰੇ ਹੋ ਕੇ ਸਮਝਣ ਦਾ, ਲੇਕਿਨ ਸਮੁੱਚੀ ਪਾਰਟੀ ਨੇ ਹਾਲੇ ਤੱਕ ਵੀ ਸਮਝਣ ਦਾ ਯਤਨ ਨਹੀਂ ਕੀਤਾ। ਤੁਸੀਂ ਵੱਖਰੇ ਹੋ ਕੇ ਸਮਝਣ ਦੀ ਗੱਲ ਕੀਤੀ ਹੈ। CPI ਤੋਂ CPM ਤੇ ਉਹ CPM ਤੋਂ ਬਾਅਦ ਰੈਵੋਲੂਸ਼ਨਰੀ ਮਾਰਕਸ ਪਾਰਟੀ ਆਫ ਇੰਡੀਆ, ਤੁਸੀਂ ਉਹਦੇ ਜਨਰਲ ਸੈਕਟਰੀ ਹੋ। ਇਹ ਕਿਉਂ ਇੰਨਾ ਤੀਸਰਾ ਪਾੜਾ ਕਿਵੇਂ ਪੈ ਗਿਆ? ਮੈਂ ਸਿਰਫ ਇਹ ਕਹਿ ਸਕਦਾ, ਬਦਕਿਸਮਤੀ ਪਹਿਲੀ ਤਾਂ ਇਹ ਕੋਈ ਖੁਸ਼ੀ ਦੀ ਗੱਲ ਨਹੀਂ ਹੈ। ਇੱਕ ਪਾਰਟੀ ਉਹ ਦੂਜੀ ਬਣਦੀ, ਦੂਜੀ ਤੋਂ ਤੀਜੀ ਬਣਦੀ ਆ। ਇਹ ਕੋਈ ਮੈਂ ਕਹਾਂ ਵੀ ਖੁਸ਼ੀ ਦੀ ਗੱਲ ਹੈ, ਬਿਲਕੁਲ ਨਹੀਂ। ਲੇਕਿਨ ਅਸੂਲਾਂ ਦੇ ਆਧਾਰ 'ਤੇ ਲੈਨਨ ਨੂੰ ਵੀ ਰੂਸ ਦੀ ਪਾਰਟੀ ਵੰਡਣੀ ਪੈ ਗਈ। ਜਦੋਂ ਮਸਲਾ ਇਹ ਆ ਗਿਆ ਬਈ ਇਹ ਤਬਦੀਲੀ ਕਿੱਦਾਂ ਹੋਣੀ ਆ, ਤੇ ਰੂਸ ਦੀ ਪਾਰਟੀ ਮੈਨਸ਼ਵਿਕ ਤੇ ਬੋਲਸ਼ਵਿਕ 'ਚ ਵੰਡੀ ਗਈ। ਅਸੂਲ ਨੂੰ ਜੇ ਤੁਸੀਂ ਪਹਿਲ ਨਹੀਂ ਦਿੰਦੇ, ਜੇ ਹੁਣ ਸਪੋਜ਼ ਕਈ ਏਕਤਾ ਬੜੀ ਜ਼ਰੂਰੀ ਹੈ ਜੀ, ਏਕਤਾ ਬੜੀ ਜ਼ਰੂਰੀ ਹੈ, ਤੇ ਅਗਰ ਬੰਗਾਲ 'ਚ ਸਾਰੇ ਕਮਿਊਨਿਸਟ ਏਕਤਾ ਬਣਾ ਕੇ ਵੀ ਹਾਰ ਦਾ ਮੂੰਹ ਦੇਖਣਾ ਪੈ ਗਿਆ ਜੀ, ਲੋਕਾਂ ਨੇ ਮੂੰਹ ਨਹੀਂ ਲਾਇਆ। ਕਿਉਂ? ਕਿਉਂਕਿ ਅਸੂਲ ਛੱਡ ਗਏ ਸਨ। ਮੇਰਾ ਕਹਿਣ ਤੋਂ ਪੱਕਿਆ ਕਮਿਊਨਿਸਟ ਇੱਕ ਪਾਰਟੀ ਹੋਣੀ ਜ਼ਰੂਰੀ ਹੈ, ਪਰ ਜਦੋਂ ਇਹ ਦੇਖਿਆ ਵੀ ਇਹ ਪਾਰਟੀ ਤਾਂ ਜ਼ਿਆਦਾ ਉਹਨਾਂ ਜਮਾਤਾਂ ਦੇ ਨਾਲ ਸਾਂਝਾ ਪਾ ਰਹੀ ਆ, ਉਹਨਾਂ ਦੇ ਨਾਲ ਲੈਣ ਦੇਣ ਵੀ ਕਰਦੀ ਆ, ਉਹ ਕਮਿਊਨਿਸਟਾਂ ਦਾ ਮਿਆਰ ਜਿਹੜਾ ਅਸੀਂ ਮਿਥਿਆ ਸੀ ਕੁਰਬਾਨੀ ਕਰਨ ਦਾ, ਜਾਨ ਵਾਰਨ ਦਾ, ਜਿਸ 'ਚ ਕੋਈ 1% ਵੀ ਖੋਟ ਨਹੀਂ ਚਾਹੀਦਾ, ਉਹ ਤੋਂ ਕਿਤੇ ਖਿਸਕ ਗਏ ਆ ਜਦੋਂ ਆਵਾਜ਼ ਬੁਲੰਦ ਕੀਤੀ। ਤੇ ਇਹੀ ਕਾਰਨ ਆ ਵੀ ਪੰਜਾਬ ਦੇ ਵਿੱਚੋਂ ਵੱਡੇ ਲੀਡਰਾਂ ਦੇ ਹੋਣ ਦੇ ਬਾਵਜੂਦ ਵੀ ਸਾਡੇ ਵਰਗੇ ਨਿਮਾਣੇ ਲੋਕਾਂ ਨੂੰ ਵੀ ਪੰਜਾਬ ਦੇ ਲੋਕਾਂ ਨੇ ਸਹਿਯੋਗ ਦਿੱਤਾ। ਜਦੋਂ ਕਾਮਰੇਡ ਸਾਹਿਬ, ਕਾਮਰੇਡਾਂ ਦਾ ਇਤਿਹਾਸ ਰਿਹਾ, ਚਾਹੇ ਉਹ ਆਜ਼ਾਦੀ ਦੀ ਲੜਾਈ ਹੋਵੇ, ਉਦੋਂ ਰੂਪੋਸ਼ ਹੋਏ, ਫਿਰ ਨੈਕਸਲਾਈਟ ਮੂਵਮੈਂਟ ਆਈ, ਜਾਂ ਹੋਰ ਵੀ ਜਿਸ ਤਰ੍ਹਾਂ ਦੀ ਲਹਿਰ ਸਮੇਂ-ਸਮੇਂ ਨਾਲ ਆਉਂਦੇ ਰਹੀ, ਇਹਨਾਂ ਨੂੰ ਸੰਘਰਸ਼ ਆਪਣੇ ਤਰੀਕੇ ਨਾਲ ਕਰਨਾ ਪਿਆ ਔਰ ਕੀਤਾ, ਘਰੋਂ ਬੇਘਰ ਹੋ ਕੇ ਵੀ ਕੀਤਾ। ਇਹ ਫਿਰ ਕਿੱਦਾਂ ਹੋ ਗਈ ਕਿ ਜਦੋਂ ਤੁਸੀਂ ਥੋੜ੍ਹਾ ਜਿਹਾ ਇਸ ਧੜੇ ਨਾਲੋਂ ਅਲੱਗ ਹੋਏ, ਤੇ ਉਦੋਂ ਵੀ ਇਹਨਾਂ ਮੈਂਬਰਾਂ ਦੀ ਜਿਹੜੀ ਤੁਸੀਂ ਪਾਰਟੀ ਹੁਣ ਬਣਾਈ ਹੈ, ਇਹਨਾਂ ਦੀ ਖਿੱਚਾਤੂਈ ਹੋਈ? ਉਹ ਵੀ ਇਹ ਵੀ ਆਖਿਆ ਜਾਂਦਾ ਹੈ ਕਿ ਜਿਹੜੇ ਮੌਜੂਦਾ CPI ਜਾਂ CPM ਦੇ ਆਗੂ ਸਨ, ਉਹਨਾਂ ਦੇ ਇਸ਼ਾਰੇ 'ਤੇ ਸ਼ਾਇਦ ਹੋਈ। ਇਹ ਗੱਲ ਠੀਕ ਹੈ ਕਿ ਗਲਤ ਹੈ? ਪਹਿਲਾਂ ਤਾਂ
ਮੈਂ ਨਹੀਂ ਸਮਝਦਾ ਕਿਸੇ ਦਾ ਇਸ਼ਾਰਾ ਅਸੀਂ ਮੰਨਿਆ ਕੋਈ ਨਾ। ਜੇ ਇਸ਼ਾਰੇ ਮੰਨਣਾ ਹੁੰਦਾ ਵੀ ਸਾਨੂੰ ਵੱਖਰੇ ਹੋਣ ਦੀ ਲੋੜ ਹੀ ਨਹੀਂ ਸੀ ਹੈ ਕੋਈ। ਨਹੀਂ ਨਹੀਂ ਹੋਈ ਖਿੱਚਿਆ ਤੁਸੀਂ ਥੋੜੀ ਬਹੁਤ ਸਾਡੀ ਆਪਸ ਵਿੱਚ ਬਹੁਤ ਖਿੱਚਾਤੀ ਹੋਈ। ਸਾਡੇ ਖਿਲਾਫ ਪੁਲਿਸ ਦੀ ਵਰਤੋਂ ਕੀਤੀ ਗਈ, ਝੂਠੇ ਕੇਸ ਬਣਾਏ ਗਏ। ਬਹੁਤ ਸਾਰੇ ਨੇਤਾ ਸਾਡੇ ਨਾਲ ਸਹਿਮਤ ਸਨ ਵਿਚਾਰਾਂ ਦੇ ਤੌਰ 'ਤੇ, ਪਰ ਉਹ ਪਾਰਟੀ ਨਹੀਂ ਛੱਡਣਾ ਚਾਹੁੰਦੇ ਸਨ। ਲੇਕਿਨ ਅਸੀਂ ਇਸ ਹਾਲਤ ਵਿੱਚ ਜੋ ਦੇਖਿਆ ਵੀ ਹੁਣ ਇਸ ਪਾਰਟੀ 'ਚੋਂ ਭਾਰੂ ਲੀਡਰਸ਼ਿਪ ਸਾਨੂੰ ਬਾਹਰ ਕਰਨਾ ਚਾਹੁੰਦੀ ਹੈ, ਸਾਨੂੰ ਘਰ ਬਿਠਾਉਣਾ ਚਾਹੁੰਦੀ ਹੈ, ਅਤੇ ਘਰ ਬਹਿਣ ਨਾਲੋਂ ਅਸੂਲ 'ਤੇ ਪਹਿਰਾ ਦੇ ਕੇ ਜ਼ਿੰਦਗੀ ਲਾਉਣੀ ਜ਼ਿਆਦਾ ਇੰਪੋਰਟੈਂਟ ਆ। ਔਰ ਅਸੀਂ ਵੱਖਰੇ ਹੋ ਕੇ ਵੀ ਕਦੀ ਇਹ ਨਾਅਰਾ ਨਹੀਂ ਦਿੱਤਾ ਕਿ ਸਾਰੀ ਸਿਆਣਪ ਦੇ ਸਾਡੇ ਕੋਲ ਇਜਾਰੇਦਾਰੀ ਆ। ਅਸੀਂ ਕਿਹਾ ਸਾਰੇ ਕਮਿਊਨਿਸਟਾਂ ਕੋਲ ਹੀ ਸਿਆਣਪ ਵੀ ਹੈਗੀ ਆ, ਕੁਰਬਾਨੀ ਵੀ ਆ, ਸਾਨੂੰ ਇਕੱਠੇ ਹੋ ਕੇ ਲੜਨਾ ਚਾਹੀਦਾ। ਜੇ ਵੱਖਰੇ ਵੀ ਅਸੀਂ ਹੋ ਗਏ ਹਾਂ ਤਾਂ ਸਾਨੂੰ ਇਕੱਠੇ ਹੋ ਕੇ ਲੜਨ ਵਿੱਚ ਕੋਈ ਝਿਜਕ ਨਹੀਂ ਹੈ। ਪਰ ਜੇ ਪਾਰਟੀ ਤੌਰ 'ਤੇ ਇੱਕ ਰਹੀਏ ਤਾਂ ਉਹਦੇ ਵਿੱਚ ਬੇਸੂਲਾ ਪਰ ਨਾਅਰਾ ਲੋਕਾਂ ਕੋਲ ਜਾਵੇ, ਉੱਥੇ ਬਦਨਾਮੀ ਸਾਰਿਆਂ ਦੀ ਹੁੰਦੀ ਹੈ। ਤਾਂ ਮੈਂ ਸਮਝਦਾ ਕਿ ਅਸੀਂ ਵੱਖਰੇ ਹੋ ਕੇ ਵੀ ਸਾਂਝਾ ਸੰਘਰਸ਼ ਦਾ ਰਾਹ ਨਹੀਂ ਛੱਡਿਆ। ਦਿੱਲੀ ਕਿਸਾਨ ਮੋਰਚਾ ਜਿਹੜਾ ਅਸੀਂ ਪੰਜਾਬ ਦੇ ਵਿੱਚੋਂ ਬਰਾਬਰ ਦੀ ਧਿਰ ਬਣ ਕੇ ਦਿੱਲੀ 'ਚ ਹਿੱਸਾ ਪਾਇਆ। ਹਾਲਾਂਕਿ ਜਿਹੜੀ ਵੱਡੀਆਂ ਪਾਰਟੀਆਂ ਸਨ ਦਿੱਲੀ ਵਾਲੀਆਂ, ਆਲ ਇੰਡੀਆ ਵਾਲੀਆਂ, ਉਹਨਾਂ ਦਾ ਹਿੱਸਾ ਸਾਡੇ ਮੁਕਾਬਲੇ ਕਈ ਤੇ ਘੱਟ ਦਿਸੂਗਾ ਤੁਹਾਨੂੰ। CPM ਦਾ ਹਿੱਸਾ ਪੰਜਾਬ 'ਚ ਬਹੁਤ ਘੱਟ ਆ ਕਿਸਾਨ ਮੋਰਚੇ 'ਚ। ਉਹਨੇ ਸਾਥੀ ਰਹੇ ਕਿਸਾਨ ਮੋਰਚੇ, ਮੈਂ ਨਹੀਂ ਕਹਿੰਦਾ, ਲੇਕਿਨ ਅਸੀਂ ਇਹਦੇ ਵਿੱਚ ਕਾਰਨ ਉਹਦਾ ਇਹ ਆ ਵੀ ਅਸੀਂ ਵੱਖਰੇ ਹੋ ਕੇ ਸਿਧਾਂਤਾਂ 'ਤੇ ਪਹਿਰਾ ਦੇਣਾ, ਲੇਕਿਨ ਨਾ ਜਿਹੜੀਆਂ ਗਲਤੀਆਂ ਸਾਡੇ ਤੋਂ ਹੋਈਆਂ ਪੁਰਾਣੀਆਂ, ਅਸੀਂ ਵੱਖਰੇ ਹੋ ਕੇ ਇੱਕ ਦੋ ਕੰਮ ਕੀਤੇ ਬਹੁਤ ਵੱਡੇ, ਜਿਹੜੇ ਮੈਂ ਸਮਝਦਾ ਸਾਡੇ ਲਈ ਬੜੇ ਜ਼ਰੂਰੀ ਆ। ਇਹ ਗੱਲ ਇਹ ਵੀ ਆਪਣੇ ਇਤਿਹਾਸ ਨੂੰ ਸਾਹਮਣੇ ਰੱਖੇ ਤੋਂ ਬਿਨਾਂ ਇਸ ਧਰਤੀ 'ਤੇ ਮੂਵਮੈਂਟ ਨਹੀਂ ਬਣ ਸਕਦੀ ਇਨਕਲਾਬੀ। ਉਹ ਕਿਸ ਤਰ੍ਹਾਂ, ਮਾੜਾ ਜਿਹਾ ਐਕਸਪਲੇਨ ਕਰੋ। ਉਦਾਹਰਨ ਤੌਰ 'ਤੇ ਸਾਡਾ ਜਿਹੜਾ ਭਗਤੀ ਲਹਿਰ ਆ, ਗੁਰੂ ਨਾਨਕ ਦਾ ਫਲਸਫਾ ਆ, ਸਾਡੇ ਲਈ ਮਾਰਗਦਰਸ਼ਨ ਦਾ ਕੰਮ ਕਰਦਾ। ਡਾਕਟਰ ਭੀਮ ਰਾਓ ਅੰਬੇਦਕਰ ਆ, ਅਸੀਂ ਉਹਨੂੰ ਵਿਸਾਰ ਛੱਡਿਆ, ਜਿਹਨੇ ਦਲਿਤਾਂ ਲਈ ਕੰਮ ਕੀਤਾ ਆ। ਫਿਰ ਸਾਡੇ ਕੋਲ ਮੈਂ ਇਹ ਭਗਤੀ ਲਹਿਰ ਦੇ ਕਬੀਰ ਜੀ ਦੇ ਬਾਣੀ ਜ਼ਾਤ ਪਾਤ ਦੇ ਖਿਲਾਫ ਸਭ ਤੋਂ ਵੱਡਾ ਕਟਾਕਸ਼ ਆ। ਅਸੀਂ ਕਬੀਰ ਨੂੰ ਜਾਣਦੇ ਹਾਂ, ਕਬੀਰ ਨੂੰ ਪੜ੍ਹਦੇ ਹਾਂ, ਕਦੇ ਉਹਦੀ ਲੋਕਾਂ 'ਚ ਗੱਲ ਨਹੀਂ ਕਰਦੇ। ਸਾਡਾ ਮੈਗਜ਼ੀਨ ਕੋਈ ਨਾ ਕੋਈ ਹਰ ਮਹੀਨੇ ਕਿਸੇ ਇੱਦਾਂ ਦੇ ਮਹਾਨ ਲੋਕਾਂ ਦੀ, ਗੁਰੂਆਂ ਦੀ, ਕਿਸੇ ਭਗਤਾਂ ਦੀ ਉਹਦਾ ਜ਼ਿਕਰ ਕਰਕੇ ਉਹਨਾਂ ਬਾਰੇ ਲੇਖ ਦਿੰਦਾ ਆ। ਅਸੀਂ ਪਹਿਲਾਂ ਨਹੀਂ ਸੀ ਦਿੰਦੇ ਕਦੀ, ਸਾਂਝੀ ਪਾਰਟੀ ਸਾਨੂੰ ਇਜਾਜ਼ਤ ਨਹੀਂ ਸੀ ਹੈ, ਪਰ ਅਸੀਂ ਆਪਣੇ ਇਤਿਹਾਸ ਨਾਲ ਜੁੜੇ ਹਾਂ। ਪਹਿਲੀ ਗੱਲ, ਸਾਡੀਆਂ ਕਾਨਫਰੰਸਾਂ ਵਿੱਚ ਤੁਹਾਨੂੰ ਇਸ ਵੇਲੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਫੋਟੋਆਂ ਅਤੇ ਉਹਨਾਂ ਦੀਆਂ ਬਾਣੀ ਮਿਲੇਗੀ। ਇਸ ਨਾਲ ਜਿਹੜਾ ਕਾਮਰੇਡਾਂ ਦਾ ਵਰਕਰ ਹੈ ਕੱਢ ਰਿਹਾ, ਜਿਹੜਾ ਇੱਕ ਨਾਸਤਿਕਤਾ ਦੇ ਸਿਧਾਂਤ 'ਤੇ ਮੰਨਿਆ ਜਾਂਦਾ ਕਿ ਉਹ ਕਹਿੰਦੇ ਵੀ ਅਸੀਂ ਰੱਬ ਦੀ ਹੋਂਦ ਤੋਂ ਮੁਨਕਰ ਹਾਂ, ਉਹ ਨਾਰਾਜ਼ ਨਹੀਂ ਹੁੰਦਾ ਜਦੋਂ ਅਸੀਂ। ਇਹੀ ਤਾਂ ਕਮਾਲ ਦੀ ਗੱਲ ਹੈ। ਭਗਤ ਸਿੰਘ ਆਪਣੇ ਸਾਥੀਆਂ ਵਿੱਚ ਇਕੱਲਾ ਹੀ ਨਾਸਤਿਕ ਸੀ, ਬਾਕੀ ਸਾਰੇ ਪਾਠ ਪੂਜਾ ਕਰਨ ਵਾਲੇ ਸਨ। ਠੀਕ, ਭਗਤ ਸਿੰਘ ਦਾ ਕੋਈ ਮਿੱਤਰ ਵੀ ਨਾਸਤਿਕ ਨਹੀਂ ਸੀ ਹੈ, ਲੇਕਿਨ ਭਗਤ ਸਿੰਘ ਦੀ ਆਪਣੇ ਮਿੱਤਰਾਂ ਨਾਲ, ਰਾਜਗੁਰੂ ਸੁਖਦੇਵ ਨਾਲ, ਸਾਰੇ ਜਿੰਨੇ ਸਨ, ਕਿਸੇ ਨਾਲ ਕਦੀ ਲੜਾਈ ਨਹੀਂ ਹੋਈ। ਇਕੱਠੇ ਖੱਪ ਕਰਨੀ, ਇਕੱਠੇ ਗੱਲਾਂ ਕਰਨੀਆਂ, ਇਕੱਠੇ ਹੱਸਣਾ ਖੇਲਣਾ, ਦੇਸ਼ ਨੂੰ ਆਜ਼ਾਦ ਕਰਾਉਣ ਲਈ ਇਕੱਠੇ ਸੋਚਣਾ। ਜੀ, ਇਹ ਬਿਲਕੁਲ ਹੀ ਗਲਤ ਗੱਲ ਆ ਵੀ ਅਸੀਂ ਕੋਈ ਇਸ ਪੱਖ ਤੋਂ ਸਮਾਂ ਉਲਟ ਗੱਲ ਆ। ਸਾਡੇ ਵਰਕਰ ਸਮਝਣ ਲੱਗਾ ਸਾਨੂੰ ਠੀਕ ਰਾਹ 'ਤੇ ਪਾ ਦਿੱਤਾ ਗਿਆ। ਅਸੀਂ ਧਰਮ ਦੀ ਗਲਤ ਗੱਲ ਨੂੰ ਨਹੀਂ ਮੰਨਾਂਗੇ। ਜੇ ਧਰਮ ਸਾਨੂੰ ਇਹ ਕਹਿੰਦਾ ਵੀ ਸਤੀ ਪ੍ਰਥਾ ਬਹੁਤ ਚੰਗੀ ਆ, ਅਸੀਂ ਕਦੀ ਨਹੀਂ ਮੰਨਾਂਗੇ। ਜੇ ਕੋਈ ਧਰਮ ਕਹੇ ਵੀ ਜ਼ਾਤ ਪਾਤ ਆ, ਇਹਦੇ ਵਿੱਚ ਜ਼ਾਤ ਪਾਤ ਬੜੀ ਜ਼ਰੂਰੀ ਆ, ਆਹ ਧਰਮ ਆਹ ਜ਼ਾਤ ਉੱਚੀ ਆ, ਅਸੀਂ ਕਦੀ ਨਹੀਂ ਮੰਨਾਂਗੇ। ਲੇਕਿਨ ਜੇ ਸਾਨੂੰ ਬਰਾਬਰਤਾ ਦਾ ਸੁਨੇਹਾ ਮਿਲਦਾ ਆ ਤਾਂ ਫਿਰ ਮੇਰਾ ਵਰਕਰ ਤਾਂ ਖੁਸ਼ ਹੋਏਗਾ। ਦੂਜਾ ਅਸੀਂ ਜਿਹੜਾ ਬਹੁਤ ਵੱਡਾ ਗ੍ਰਹਿਣ ਕੀਤਾ ਆ ਉਹ ਇਹ ਆ ਵੀ ਜਿੰਨਾ ਚਿਰ ਥੱਲੇ ਦਾ ਜਿਹੜਾ ਦਰੜਿਆ ਜਾਤੀ ਪਾਤੀ ਆਧਾਰਿਤ ਪੀੜਤ ਲੋਕ ਆ ਜੀ, ਉਹਨਾਂ ਨੂੰ ਨਾਲ ਨਹੀਂ ਲੈਂਦੇ ਤੇ ਸਾਡੀ ਲਹਿਰ ਨਹੀਂ ਬਣਦੀ। ਪੰਜਾਬ ਬਾਰੇ ਮੈਨੂੰ ਕਈ ਸਵਾਲ ਕਰਦੇ ਆ ਵੀ ਪੰਜਾਬ ਵੀ ਤੁਸੀਂ ਹਾਲੇ ਕਿਉਂ ਕਮਜ਼ੋਰ ਹਾਲੇ ਹੋ। ਮੈਂ ਉਹਨੂੰ ਇਹ ਜਵਾਬ ਦਿੰਦਾ ਵੀ ਮੈਂ ਜਦੋਂ ਪਾਰਟੀ 'ਚ ਆਇਆ, ਸਾਡੇ ਦਫ਼ਤਰਾਂ 'ਚ ਉਸ ਵੇਲੇ ਕਿਸਾਨੀ ਦੇ ਉਤਲੇ ਹਿੱਸੇ ਦਾ ਜ਼ੋਰ ਹੁੰਦਾ ਸੀ, ਦਫ਼ਤਰਾਂ 'ਚ ਭੀੜ ਹੁੰਦੀ ਸੀ ਲੱਗੀ। ਜਿਹੜੇ ਧਨੀ ਆ, ਅਪਰ ਪੈਜ਼ੈਂਟ ਆ, ਉਹ ਕੰਮ ਕਰ ਲਿਆਉਂਦੇ ਸੀ, ਥੱਲੇ ਦਾ ਤਬਕਾ ਨਹੀਂ ਸੀ ਆਉਂਦਾ। ਹੁਣ ਜਦੋਂ ਉਹਨਾਂ ਜਮਾਤਾਂ ਨੇ ਆਪਣੇ ਹਿੱਤ ਹੋਰ ਜਗ੍ਹਾ ਕਿਤੇ ਰੱਖ ਲਿਆ, ਉਹਨਾਂ ਨੂੰ ਹੋਰ ਜਗ੍ਹਾ ਕਿਤੇ ਮਿਲ ਗਿਆ ਸਹਾਰਾ, ਸਾਨੂੰ ਛੱਡ ਗਏ। ਅਸੀਂ ਨਵੀਂ ਧਿਰ ਚੁਣੀ ਨਹੀਂ ਸੀ ਆਪਣੀ, ਜਿਹੜੀ ਸਾਡੀ ਅਸਲੀ ਧਿਰ ਸੀ। ਹੁਣ ਸਾਡੀ ਧਿਰ ਉਹ ਆਉਂਦੀ ਦਫ਼ਤਰਾਂ ਵਿੱਚ। ਹੁਣ ਸਾਡੇ ਕੰਮ ਲੈਣ ਵਾਲੇ ਬੰਦੇ ਨਹੀਂ ਆਉਂਦੇ ਹੈ ਵੀ ਮੇਰੀ ਜ਼ਮੀਨ ਤੱਕ ਕਬਜ਼ਾ ਤੋਰਾਓ, ਮੇਰਾ ਫਲਾਨਾ, ਮੇਰਾ ਬਦਲੀ, ਇਹ ਨਹੀਂ ਆਉਂਦੇ। ਸਾਡੇ ਆਉਂਦਾ ਜਿਹਨੇ ਕਦੀ ਬਦਲੀ ਨਹੀਂ ਕਰਾਉਣੀ। ਇਹ ਲਈ ਸਾਡੇ ਉਹ ਜਿਹੜਾ ਪੁਰਾਣਾ ਸੀ ਨਾ ਵੀ ਦਫ਼ਤਰਾਂ 'ਚ ਭੀੜ ਆ, ਉਹ ਖਾਂਦੇ ਪੀਂਦੇ ਲੋਕਾਂ ਦੀ, ਮੈਂ ਖਾਂਦੇ ਪੀਂਦੇ ਲੋਕਾਂ ਦੇ ਵਿਰੋਧ 'ਚ ਨਹੀਂ ਹਾਂ, ਉਹ ਵੀ ਸਾਡੇ ਅਲਾਈ ਆ। ਪਰ ਆਧਾਰ ਸਾਡਾ ਕੌਣ ਹੋਵੇ? ਆਧਾਰ ਸਾਡਾ ਮਜ਼ਦੂਰ ਹੋਵੇ, ਦਲਿਤ ਹੋਵੇ, ਛੋਟਾ ਕਿਸਾਨ ਹੋਵੇ, ਛੋਟਾ ਦੁਕਾਨਦਾਰ ਹੋਵੇ। ਉਹ ਅਸੀਂ ਇੱਕ ਨਵਾਂ ਰਾਹ ਚੁਣ। ਇਹ ਦੋ ਗੱਲਾਂ 'ਤੇ ਮੈਂ ਸਮਝਦਾ ਕਿ ਜੇ ਪੰਜਾਬ 'ਚ ਅਸੀਂ ਜਿੰਨਾ ਕੁ ਵੀ ਬਣੇ ਆ, ਮੈਂ ਹਾਲੇ ਦਾਅਵਾ ਨਹੀਂ ਕਰਦਾ, ਪਰ ਫਿਰ ਵੀ ਅਸੀਂ ਇੱਕ ਸ਼ਕਤੀਸ਼ਾਲੀ, ਇੱਕ ਦਿਸਣ ਵਾਲੀ ਧਿਰ, ਖੱਬੀ ਧਿਰ ਜ਼ਰੂਰ ਆ। ਹਾਲੇ ਕੰਮ ਬਹੁਤ ਲੰਮਾ ਕਰਨ ਵਾਲਾ ਇਹ ਕੰਮ ਹੈ, ਬਹੁਤ ਔਖਾ, ਉਹ 'ਚ ਵੱਖਰਾ ਇਸ਼ੂ ਆ, ਪਰ ਅਸੀਂ ਆਪਣੀਆਂ ਗਲਤੀਆਂ ਨੂੰ ਸੁਧਾਰ ਰਹੇ ਹਾਂ। ਮੈਂ ਸਮਝਦਾ ਸੀ ਇਸ ਚੀਜ਼ ਨੂੰ ਕਾਮਯਾਬ। ਤੁਸੀਂ ਪੰਜਾਬ ਦੀ ਗੱਲ ਕੀਤੀ ਤੇ ਪੰਜਾਬ ਵੱਲ ਹੀ ਆਪਾਂ ਮੁੜਦੇ ਹਾਂ। ਹੁਣ ਕਾਮਯਾਬ ਤੁਸੀਂ ਕਿਆ ਹੋਵਾਂਗੇ? ਸਾਡਾ ਜਿਹੜਾ ਅੱਜ ਦਾ ਯੂਥ ਹੈ, ਜਨਰੇਸ਼ਨ ਹੈ,
ਇਹ ਮੋਬਾਈਲ ਫੋਨ ਦੀ ਸਕਰੀਨ ਤੋਂ ਮੂੰਹ ਪਰਾਂ ਨਹੀਂ ਕਰਦਾ। ਇਹਨਾਂ ਨੇ ਅਖਬਾਰਾਂ ਪੜ੍ਹਨੀਆਂ ਛੱਡ ਦਿੱਤੀਆਂ, ਲਾਇਬ੍ਰੇਰੀਆਂ 'ਚ ਜਾਣਾ ਛੱਡ ਦਿੱਤਾ। ਪੁਰਾਣਾ ਸਾਹਿਤ, ਨਵਾਂ ਸਾਹਿਤ ਕੀ ਰਚਿਆ ਜਾ ਰਿਹਾ ਉਹਨਾਂ ਨੂੰ ਪਤਾ ਨਹੀਂ। ਇਹ ਇੱਕ ਸੋਸ਼ਲ ਮੀਡੀਆ ਵਾਲੀ ਇੱਕ ਯੂਥ ਜਿਹੜਾ ਉੱਭਰ ਕੇ ਸਾਹਮਣੇ ਆ ਰਿਹਾ, ਉਹਨਾਂ ਨੂੰ ਕਿਵੇਂ ਪ੍ਰਭਾਵਿਤ ਕਰੋਗੇ ਨਵੇਂ ਤਰੀਕਿਆਂ ਨਾਲ? ਇਸ ਗੱਲ ਦੇ ਵੀ ਦੋ ਪੱਖ ਆ। ਜੇ ਤਾਂ ਸੋਸ਼ਲ ਮੀਡੀਆ ਦੀ ਵਰਤੋਂ ਤੁਸੀਂ ਫਿਲਮਾਂ ਲਈ ਗੱਲਾਂ ਕਰਦੇ ਹੋ, ਆਪਸੀ ਮੁਹੱਬਤ ਦੀਆਂ ਗੱਲਾਂ ਕਰਨ ਲਈ ਕਰਦੇ ਹੋ, ਹੋਰ ਕੋਈ ਰਫ ਗੱਲਾਂ ਕਰਦੇ ਹੋ, ਫਿਰ ਤਾਂ ਇਹ ਮਿਸਯੂਜ਼ ਹੈ, ਗਲਤ ਆ। ਜੇ ਇਹਦਾ ਯੂਜ਼ ਕੋਈ ਚੰਗੇ ਕੰਮ ਲਈ, ਨਵੀਆਂ ਕਾਢਾਂ ਦੇ, ਨਵੀਆਂ ਕਿਤਾਬਾਂ ਦੇ, ਨਵੀਂ ਨੌਲੇਜ ਲਈ ਵਰਤਦੇ ਹੋ, ਸ਼ਾਇਦ ਇਹ ਚੰਗਾ ਹੋਵੇ। ਮੈਂ ਇਹ ਨਹੀਂ ਕਹਿੰਦਾ, ਡਿਸਕਾਰਡ ਨਹੀਂ ਕਰਦਾ, ਪਰ ਇਹ ਸੱਚਾਈ ਹੈ ਵੀ ਯੂਥ ਨੂੰ ਇਹਦਾ ਆਦੀ ਬਣ ਜਾਵੇ, ਉਹ ਵੀ ਹੋਰ ਸੋਚੇ ਕੁਛ ਨਾ ਵੀ ਮੈਨੂੰ ਤਾਂ ਸੋਸ਼ਲ ਮੀਡੀਆ ਇਕੱਲਾ ਚਾਹੀਦਾ। ਮੈਂ ਸਮਝਦਾ ਡਰਿਲਮੈਂਟ ਹੈਗੀ ਹੈ ਕਿ ਸਾਨੂੰ, ਪਰ ਇਹ ਗੱਲ ਹੋਰ ਹੈ ਵੀ ਜਦੋਂ ਕੋਈ ਮੂਵਮੈਂਟ ਚੰਗੀ ਉੱਠਦੀ ਹੈ, ਜਿਹੜਾ ਯੂਥ ਸਾਡੇ ਨਾਲ ਗੱਲ ਨਹੀਂ ਕਰਕੇ ਰਾਜੀ, ਉਹ ਵੀ ਚੰਗੀ ਮੂਵਮੈਂਟ ਨਾਲ ਵੀ ਉੱਦਾਂ ਹੀ ਜੁੜਦਾ ਜਿੱਦਾਂ ਪਹਿਲਾਂ ਹੁੰਦਾ। ਮੇਰੇ ਦਿੱਲੀ ਦਾ ਐਕਸਪੀਰੀਅੰਸ ਇਹ ਆ ਕਿਸਾਨ ਮੋਰਚੇ ਦਾ, ਕਿਉਂਕਿ ਮੈਂ ਵੀ ਜਾਂਦਾ ਰਿਹਾ, ਮੇਰੇ ਸਾਥੀ ਦੱਸੇ ਗਏ ਉੱਥੇ। ਮੈਂ ਦੇਖਿਆ ਵੀ ਜਿਹੜੇ ਲੜਕੀਆਂ ਲੜਕੇ ਗੱਲ ਸੁਣਨ ਨੂੰ ਤਿਆਰ ਨਹੀਂ ਹੈ, ਉਹ ਭਗਤ ਸਿੰਘ ਦੀਆਂ ਵਾਰਾਂ ਗਾਉਣ ਲੱਗ ਪਏ ਆ। ਜਿਹੜੀਆਂ ਕੁੜੀਆਂ ਫੈਸ਼ਨ 'ਚ ਹੋਰ ਕੁਝ ਸੋਚਦੀਆਂ ਨਹੀਂ, ਫਿਲਮਾਂ ਤੋਂ ਬਿਨਾਂ, ਕੱਪੜਿਆਂ ਤੋਂ ਬਿਨਾਂ, ਉਹ ਸਾਰੀ ਰਾਤ TV ਵਰਕਰ ਜਾ ਕੇ ਲੋਕਾਂ ਕੋਲ ਇੰਟਰਵਿਊ ਕਰਦੀਆਂ। ਯੂਥ ਸੰਤਰਾ ਉਦਾਸੀ ਗਾ ਰਿਹਾ ਦੇਖਣਾ, ਲੋਕ ਉਹੀ ਹੈ ਬਿਲਕੁਲ। ਇਸ ਲਈ ਮੈਂ ਹਾਲੇ ਨਿਰਾਸ਼ਾਵਾਦੀ ਨਹੀਂ ਹਾਂ ਵੀ ਅਸੀਂ ਜਿਹੜੇ ਨੌਜਵਾਨ ਇਸ ਪਾਸੇ ਫਸ ਗਏ। ਹਾਂ, ਉਹਨੂੰ ਚੰਗਾ ਦਿਸੇ ਉਹ ਚੰਗਾ ਕਰ ਲੈਣਗੇ, ਜੇ ਉਹਨਾਂ ਨੂੰ ਗੰਦੇ ਮੰਦੇ ਗੀਤਾਂ ਦੁਆਲੇ ਲਾ ਦੇ ਉੱਥੇ ਹੋ ਜਾਣਗੇ। ਇਹ ਸਾਡੀ ਮਿਹਨਤ ਆ ਵੀ ਮੈਂ ਸਮਝਦਾ ਕਿ ਇਹ ਵਿਰਾਸਤ ਨੂੰ ਅਸੀਂ ਜੇ ਠੀਕ ਢੰਗ ਨਾਲ ਵਰਤ ਲਈਏ ਤਾਂ ਇਹੀ ਪੰਜਾਬ ਦਾ ਨੌਜਵਾਨ ਫਿਰ ਮੁੜ ਕੇ ਉਹੀ ਭਗਤ ਸਿੰਘ ਦੀਆਂ ਘੋੜੀਆਂ ਗਾਉਣ ਲੱਗ ਪਏਗਾ। ਥੋੜ੍ਹੀ ਜਿਹੀ ਪੰਜਾਬ ਦੇ ਰਾਜਨੀਤਿਕ ਦ੍ਰਿਸ਼ ਦੀ ਗੱਲਬਾਤ ਕਰਦੇ ਹਾਂ। ਕ੍ਰਾਂਤੀਕਾਰੀ ਭਾਵੇਂ ਸਾਡਾ ਇਹ ਛੋਟਾ ਜਿਹਾ ਪੰਜਾਬ ਰਹਿ ਗਿਆ ਹੈ, ਜਿਹੜਾ ਵੱਡਾ ਪੰਜਾਬ ਕਦੇ ਪਿਸ਼ੌਰ ਤੋਂ ਲੈ ਕੇ ਕਿੱਥੇ ਤੱਕ ਹੋਇਆ ਕਰਦਾ ਸੀ, ਉਹ ਤਾਂ ਨਹੀਂ ਹੈ ਹੁਣ। ਪਰ ਚਲੋ ਜੋ ਵੀ ਹੈ, ਫਿਰ ਵੀ ਇੱਥੋਂ ਆਵਾਜ਼ ਅੱਜ ਵੀ ਉੱਠਦੀ ਹੈ। ਕਿਸਾਨੀ ਮੋਰਚਾ ਸਾਡੇ ਸਾਹਮਣੇ ਆ। ਅੱਜ ਦੇ ਸੰਦਰਭ 'ਤੇ ਜੋ ਰਾਜਨੀਤਿਕ ਦ੍ਰਿਸ਼ 'ਤੇ ਜਿਸ ਤਰ੍ਹਾਂ ਦਾ ਲੋਕਾਂ ਦੇ ਸਾਹਮਣੇ ਪਰੋਸਿਆ ਜਾ ਰਿਹਾ, ਇਹਦਾ ਵਿਸ਼ਲੇਸ਼ਣ ਤੁਸੀਂ ਕਿਸੇ ਇੱਕ ਪਾਰਟੀ ਦਾ ਨਾਮ ਲੈਣਾ ਹੋਵੇ ਤਾਂ ਲੈ ਵੀ ਸਕਦੇ ਹੋ ਆਪਣੀ ਮਰਜ਼ੀ ਅਨੁਸਾਰ। ਵਿਸ਼ਲੇਸ਼ਣ ਕਿਵੇਂ ਕਰਦੇ ਹੋ ਓਵਰਆਲ ਥੋੜ੍ਹੇ ਲਫ਼ਜ਼ਾਂ 'ਚ? ਇੱਕ ਗੱਲ ਤਾਂ ਸਾਡੀ ਪੰਜਾਬ ਦੀ ਕਮਜ਼ੋਰੀ ਇਹ ਆ ਵੀ ਜਿੰਨਾ ਪੰਜਾਬ ਦਾ ਇਸ ਵੇਲੇ ਵਾਤਾਵਰਣ ਸਟਰਗਲ ਕਰਦਾ, ਜਾਂ ਜੇ ਕੋਈ ਚੰਗਾ ਕੁਛ ਹੋ ਰਿਹਾ, ਉਹਦੇ ਪਿੱਛੇ ਤੁਹਾਨੂੰ ਖੱਬੀ ਵਿਚਾਰਧਾਰਾ ਦਾ ਅੰਸ਼ ਮਿਲਣਗੇ। ਕਿਸਾਨ ਅੰਦੋਲਨ ਉਹਦਾ ਕਦੀ ਪ੍ਰਗਟਾਵਾ ਵੋਟਾਂ 'ਚ ਨਹੀਂ ਹੋ ਰਿਹਾ, ਕਿਉਂਕਿ ਅਸੀਂ ਉਹ 'ਤੇ ਇੱਕ ਮਤ ਨਹੀਂ ਹਾਂ। ਵੋਟਾਂ ਲਈ ਇੱਕ ਅੱਧਾ ਐਸਾ ਕਹਿੰਦਾ ਨਹੀਂ ਅਸੀਂ ਵੋਟ ਪਾਉਣੀ ਨਹੀਂ ਕਿਸੇ ਨੂੰ ਹੈ ਕਿ ਜੀ ਅਸੀਂ ਤਾਂ ਬਾਹਰ ਬਹਿ ਕੇ ਦੇਖਣਾ ਆ। ਲੋਕਾਂ ਨੂੰ ਕਹਿਣਾ ਵੋਟਾਂ 'ਚ ਭਰੋਸਾ ਨਾ ਕਰਿਓ, ਲੋਕੋ ਨਾ ਪਾਇਓ, ਲੋਕ ਪਾਈ ਜਾਂਦੇ ਆ। ਸਾਡੀ ਕਮਜ਼ੋਰੀ ਇਸ, ਲੇਕਿਨ ਉੱਦਾਂ ਪੰਜਾਬ ਦੇ ਜਿੰਨਾ ਕਿਸਾਨੀ ਦਾ, ਮੁਲਾਜ਼ਮਾਂ ਦਾ, ਮਜ਼ਦੂਰਾਂ ਦਾ ਸੰਘਰਸ਼ ਹੁੰਦਾ, ਉਹ ਕੋਈ ਕਾਂਗਰਸ, ਅਕਾਲੀ, ਆਪ ਪਾਰਟੀ ਨਹੀਂ ਲੜ ਰਹੀ, ਉਹ ਇਹ ਖੱਬੇ ਪੱਖੀ ਵਿਚਾਰਧਾਰਾ ਦੇ ਲੋਕ ਹੀ ਲੜਦੇ ਆ। ਹੁਣ ਉਹਨਾਂ ਨੂੰ ਰਾਜਸੀ ਰੂਪ ਇੱਦਾਂ ਦੇਣਾ, ਇਹ ਸਾਡੇ ਲਈ ਬਹੁਤ ਵੱਡਾ ਮਸਲਾ ਆ। ਉਹਦਾ ਵੀ ਜਦੋਂ ਅਸੀਂ ਨਹੀਂ ਦੇ ਰਹੇ, ਫਿਰ ਲਾਜ਼ਮੀ ਤੌਰ 'ਤੇ ਜਿਹੜੀਆਂ ਲੁਟੇਰੀਆਂ ਪਾਰਟੀਆਂ ਆ, ਉਹਨਾਂ ਨੇ ਪੰਜਾਬ ਨੂੰ ਬਹੁਤ ਗੰਧਲਾ ਕਰ ਦਿੱਤਾ। ਇਸ ਵਾਰ ਜਿਨ੍ਹਾਂ ਧਾਰਮਿਕ ਡੇਰੇ ਨੰਗੇ ਹੋਏ ਆ ਲੋਕਾਂ 'ਚ, ਜਿਨ੍ਹਾਂ ਨੇ ਲੋਕਾਂ ਨੂੰ ਸਿਰਫ ਬਾਜ਼ਾਰੂ ਚੀਜ਼ ਸਮਝ ਕੇ ਵੇਚਿਆ, ਜਿਹੜਾ ਮੋਦੀ ਪੰਜਾਬ ਦੇ ਇਤਿਹਾਸ ਨੂੰ ਖਤਮ ਕਰਨਾ ਚਾਹੁੰਦਾ, ਜਿਹਦੇ ਬੰਦਿਆਂ ਨੇ ਸੋਸ਼ਲ ਮੀਡੀਆ 'ਤੇ ਪਾਇਆ ਵੀ ਪੰਜਾਬ ਦੇ ਸਿੱਖੋ 84 ਭੁੱਲ ਜਾਓਗੇ ਤੁਸੀਂ ਜੇ ਕਦੇ ਕੁਛ ਮਾੜਾ ਮੋਟਾ ਵੀ ਮੋਦੀ ਨੂੰ ਵਾਪਰ ਜਾਂਦਾ ਪੰਜਾਬ ਵਿੱਚ, ਤੁਹਾਨੂੰ ਯਾਦ ਕਰਾਉਂਦੇ ਅਸੀਂ ਬਹਿ ਕੇ। ਇਹ ਸੋਸ਼ਲ ਮੀਡੀਆ 'ਤੇ ਬਹੁਤ ਗਾਲਾਂ ਕੱਢੀਆਂ ਗਈਆਂ, ਠੀਕ ਹੈ। ਲੇਕਿਨ ਮੇਰਾ ਸੀ ਵੀ ਉਸੇ ਹੀ ਪੰਜਾਬ ਦੇ ਵਿੱਚੋਂ ਜੇ ਕੋਈ ਧਾਰਮਿਕ ਬਾਣਾ ਪਾ ਕੇ ਮੋਦੀ ਦੇ ਗੋਡੀਆਂ ਹੱਥ ਲਾਉਣ ਜਾਂਦਾ ਦਿੱਲੀ, ਤਾਂ ਫਿਰ ਇਹ ਇੱਕ ਨੰਗਾ ਹੋ ਗਿਆ ਨਾ ਵੀ ਇਹ ਧਾਰਮਿਕ ਨੇਤਾ ਨਹੀਂ ਹੈ, ਅਸਲ 'ਚ ਹੈ ਇਹ ਸਾਡਾ ਸੌਦਾ ਕਰਨ ਜਾਂਦੇ ਦਿੱਲੀ 'ਚ ਬਹਿ ਕੇ। ਇਹ ਵੀ ਨੰਗਾ ਹੋਇਆ। ਇਹ ਗੱਲ ਵੀ ਨੰਗੀ ਹੋਈ ਆ ਪੰਜਾਬ 'ਚ ਵੀ ਜਿਹੜੇ ਲੋਕੀ ਪੈਸੇ ਨਾਲ ਜਿਹੜਾ ਗੱਲਾਂ ਕਰਦੇ ਸੀ ਬਹਿ ਕੇ ਵੀ ਅਸੀਂ ਬੜੇ ਪਵਿੱਤਰ ਆ, ਉਹਨਾਂ ਨੇ ਕਰੋੜਾਂ ਰੁਪਏ ਚੋਣਾਂ 'ਤੇ ਖਰਚੇ ਆ। ਭਾਵੇਂ ਜਿਹੜੇ ਕਹਿੰਦੇ ਸੀ ਬੜੇ ਇਮਾਨਦਾਰ ਆ, 5-5 ਕਰੋੜ ਦੀਆਂ ਟਿਕਟਾਂ ਵੇਚੀਆਂ ਉਹਨੇ। ਇੱਕ ਨਹੀਂ ਹੈ, ਉਦਾਹਰਨਾਂ ਮਿਲਦੀਆਂ। ਮੈਂ ਸਾਹਮਣੇ ਲੋਕ ਕਹੋਗੇ, ਇਹ ਕੋ ਕਹੂਗਾ ਮੈਂ ਅਸੀਂ ਤਾਂ ਐਫੀਡੇਵਿਟ ਦੇਣ ਨੂੰ ਤਿਆਰ ਇੱਥੇ ਬਹਿ ਕੇ ਕਿੱਦਾਂ ਲੋਕਾਂ ਤੋਂ ਪੈਸੇ ਲੈ ਕੇ ਟਿਕਟਾਂ ਦਿੱਤੀਆਂ। ਮੈਂ ਸਮਝਦਾ ਕਿ ਇਹਨਾਂ ਲੋਕਾਂ ਨੇ ਗੰਧਲਾ ਪਾਇਆ। ਇਹਦਾ ਇਲਾਜ ਇੱਕੋ ਇੱਕ ਪੰਜਾਬ ਦਾ ਇਹ ਆ ਵੀ ਜੇ ਸਰੂਪ 'ਚ ਕਿਸਾਨ ਮੋਰਚਾ ਲੜਿਆ ਗਿਆ, ਉਸ ਰੂਪ 'ਚ ਰਾਜਨੀਤਿਕ ਰੂਪ ਵੀ ਲੜੀ ਜਾਵੇ, ਰਾਜਨੀਤਿਕ ਲੜਾਈ ਵੀ ਦਿੱਤੀ ਜਾਵੇ। ਜੇ ਤੁਸੀਂ ਆਰਥਿਕ ਲੜਾਈ ਲੜਦੇ ਹੋ, ਰਾਜਨੀਤਿਕ ਲੜਾਈ ਛੱਡਤੀ ਦੁਸ਼ਮਣਾਂ ਲਈ, ਤਾਂ ਫਿਰ ਤੁਸੀਂ ਫੀਲਡ ਤੋਂ ਪਹਿਲਾਂ ਹੀ ਬਾਹਰ ਹੋ ਗਏ ਹੋ, ਤੁਸੀਂ ਗੋਲ ਕਰਾ ਲਿਆ ਪਹਿਲਾਂ ਹੀ। ਪਰ ਇਸ ਲਈ ਮੇਰਾ ਭਰੋਸਾ ਇਸ ਗੱਲ 'ਚ ਆ ਵੀ ਪੰਜਾਬ 'ਚ, ਮੈਂ ਪਹਿਲਾਂ ਕਿਹਾ, ਗੁਰੂਆਂ ਦੀ ਬਾਣੀ, ਭਗਤਾਂ ਦੀ ਬਾਣੀ, ਗਦਰ ਪਾਰਟੀ, ਕਿੰਨਾ ਵੱਡਾ ਇਤਿਹਾਸ ਹੈ ਆਜ਼ਾਦੀ ਦੀ ਲਹਿਰ ਦਾ। ਪੰਜਾਬ 'ਚ ਖੱਬੇ ਪੱਖੀ ਵਿਚਾਰਧਾਰਾ ਲੋਕਾਂ ਦੇ ਢਿੱਡਾਂ ਸਮਾਈ ਹੋਈ ਹੈ। ਸਾਂਝੀਵਾਲਤਾ, ਸਾਂਝਾ ਲੰਗਰ, ਇੱਕ ਦੂਜੇ ਦੀ ਇੱਜ਼ਤ ਕਰਨਾ, ਇਹ ਕਿਸੇ ਦਾ ਕਹਿਣ 'ਤੇ ਨਹੀਂ ਹੈ ਕੋਈ। ਜਲਿਆਂਵਾਲੇ ਬਾਗ 'ਚ ਹਿੰਦੂ, ਮੁਸਲਮਾਨ, ਸਿੱਖਾਂ ਨੇ ਇਕੱਠਿਆਂ ਨੇ ਖੂਨ ਬਹਾਇਆ।
ਉਸ ਵਿਰਾਸਤ ਨੂੰ ਅਸੀਂ ਲੈ ਕੇ ਅੱਗੇ ਵਧੀਏ, ਮੌਕਾ ਬਹੁਤ ਆ। ਉਹਦਾ ਵੀ ਸਰੂਪ ਬਦਲਿਆ ਜਾ ਰਿਹਾ ਆਪਣੇ ਹਿਸਾਬ ਨਾਲ। ਬਦਲਤਾ ਜੀ, ਅਸੀਂ ਤਾਂ ਦੇਸ਼ ਭਗਤ ਕਮੇਟੀ ਵੱਲ ਜਾ ਕੇ ਪ੍ਰੋਟੈਸਟ ਕਰਕੇ ਆਏ ਉੱਥੇ ਬਹਿ ਕੇ। ਇਹ ਕੀ ਹੈ, ਕੋਈ ਸੈਰਗਾ ਥੋੜ੍ਹੀ ਬਣਾਉਣੀ। ਤੁਸੀਂ ਦੁਨੀਆ ਭਰ ਵਿੱਚ ਤੁਸੀਂ ਕੈਨੇਡਾ 'ਚ ਦੇਖਿਆ, ਦੁਨੀਆ 'ਚ ਦੇਖਿਆ, ਜਿਹੜੀਆਂ ਅਸਲੀ ਚੀਜ਼ਾਂ ਆ ਲੋਕੀ ਪ੍ਰੀਜ਼ਰਵ ਕਰਕੇ ਰੱਖਦੇ, ਸਾਂਭ ਕੇ ਰੱਖਦੇ ਤਾਂ ਕਿ ਉਸ ਰੂਪ 'ਚ ਰਵੇ। ਇੱਥੇ ਜਲਿਆਂਵਾਲੇ ਬਾਗ ਤੁਸੀਂ 20 ਕਰੋੜ ਰੁਪਏ ਖਰਚ ਕਰਕੇ ਇਹਨੂੰ ਤਾਂ ਆਜ਼ਾਦੀ ਦਾ ਅੱਡਾ ਬਣਾ ਸਕਦੇ ਹੋ। ਸਾਨੂੰ ਉਹ ਥੋੜ੍ਹੀ ਚਾਹੀਦਾ। ਸਾਨੂੰ ਤਾਂ ਚਾਹੀਦਾ ਮੂਲ ਸਰੂਪ। ਸਾਮਰਾਜ ਨੇ ਜ਼ੁਲਮ ਕਿੰਨਾ ਕੀਤਾ, ਕਿਉਂਕਿ ਇਹ ਸਰਕਾਰਾਂ ਸਾਮਰਾਜ ਦੀਆਂ ਮਿੱਤਰ ਆ। ਇਸ ਲਈ ਸਾਡੇ ਮਨਾਂ 'ਚੋਂ ਸਾਮਰਾਜ ਦੀ ਨਫ਼ਰਤ ਕੱਢਣਾ ਚਾਹੁੰਦੀਆਂ। ਅਸੀਂ ਉਹ ਨਫ਼ਰਤ ਨੂੰ ਕਾਇਮ ਰੱਖਣਾ ਚਾਹੁੰਦੇ ਹਾਂ। ਨਫ਼ਰਤ ਇਸ ਲਈ ਨਹੀਂ ਵੀ ਇਨਸਾਨ ਨਾਲ ਨਫ਼ਰਤ ਆ, ਸਾਡੀ ਆਜ਼ਾਦੀ ਦੀ ਲੜਾਈ 'ਚ ਕਿੱਦਾਂ ਜ਼ੁਲਮ ਹੋਇਆ ਸਾਡੇ 'ਤੇ, ਸਾਡੇ ਮਨ 'ਚੋਂ ਰਹਿਣਾ ਚਾਹੀਦਾ। ਹੁਣ ਅਸੀਂ ਉੱਥੇ ਗਏ ਹਾਂ, ਉੱਥੇ ਬਹੁਤ ਸਾਰੀਆਂ ਗੋਲੀਆਂ ਨਿਸ਼ਾਨ ਹੀ ਮਕਟਾਤੇ ਆ। ਨੰਬਰ 2, ਉੱਥੇ ਐਸੀ ਕੋਈ ਤਬਦੀਲੀਆਂ ਕੀਤੀਆਂ। ਇੱਕ ਨੈਸ਼ਨਲਿਜ਼ਮ, ਜਿਹੜਾ ਮੋਦੀ ਦਾ ਨੈਸ਼ਨਲਿਜ਼ਮ ਹੈ, ਉਹ ਭਰਨ ਦਾ ਯਤਨ ਕੀਤਾ ਆ। ਜਿਹੜਾ ਨੈਸ਼ਨਲਿਜ਼ਮ ਗਦਰ ਪਾਰਟੀ ਦਾ ਸੀ, ਉਹ ਨਹੀਂ ਹੈ। ਭਗਤ ਸਿੰਘ ਦਾ ਨੈਸ਼ਨਲਿਜ਼ਮ ਨਹੀਂ ਹੈ। ਉਹ ਨੈਸ਼ਨਲਿਜ਼ਮ ਹੋ ਰਿਹਾ, ਉਹ ਆਜ਼ਾਦੀ ਦੇਸ਼ ਭਗਤੀ ਦਾ ਆ। ਇਹਨਾਂ ਦਾ ਨੈਸ਼ਨਲਿਜ਼ਮ ਸਾਮਰਾਜ ਪੱਖ ਦਾ ਆ। ਉੱਥੇ ਜਿਹੜੇ ਅੰਦਰ ਵੀਡੀਓ ਵੀ ਚੱਲਦੇ ਆ, ਉਹਨਾਂ 'ਚ ਉਹ ਨੈਸ਼ਨਲਿਜ਼ਮ ਦਾ ਜ਼ਿਆਦਾ ਪ੍ਰਚਾਰ ਕੀਤਾ ਜਾ ਰਿਹਾ, ਖਾਸ ਕਿਸਮ ਦਾ, ਜਿਹੜਾ ਖਾਸ ਕਿਸਮ ਅੰਤਰਰਾਸ਼ਟਰਵਾਦ ਦੇਸ਼ ਪੈਂਦਾ। ਇਹ ਠੀਕ ਨਹੀਂ ਹੋ ਰਿਹਾ। ਪੰਜਾਬ ਦੀ ਹੋਰ ਅਸੀਂ ਗੱਲ ਕਰਦੇ ਹਾਂ ਜੀ। ਪੰਜਾਬ ਦੇ ਵਿੱਚ ਲੋਕਾਂ ਤੋਂ ਤੁਸੀਂ ਕਿਹੋ ਜਿਹੀ ਉਮੀਦ ਰੱਖਦੇ ਹੋ ਕਿ ਕਿਵੇਂ ਪਛਾਣਨ? ਜਿਵੇਂ ਤੁਸੀਂ ਲੋਟੂ ਪਾਰਟੀਆਂ ਕਿਹਾ ਜਾਂ ਕੁਝ ਲੋਕਾਂ ਦਾ ਨਾਮ ਲਿਆ, ਜਾਂ ਕਿ ਖਰੀਦ ਕੇ ਜਿਹੜੇ ਸੀ ਉਹ ਉਮੀਦਵਾਰ ਲੋਕਾਂ ਨੂੰ ਦਿੱਤੇ ਗਏ, ਧਾਰਮਿਕ ਡੇਰੇ, ਇਹ ਬੜੇ ਭਾਵਨਾਤਮਕ ਤੌਰ 'ਤੇ ਲੋਕ ਜੁੜੇ ਹੁੰਦੇ ਨੇ ਪਾਰਟੀਆਂ ਨਾਲ ਵੀ। ਭਾਵੇਂ ਕਿਸਾਨ ਮੋਰਚੇ 'ਤੇ ਵੀ ਬਹੁਤ ਸਾਰੇ ਗਏ ਹੋਏ ਸਨ ਲੋਕ ਉੱਥੇ, ਭਾਵੇਂ ਉਹ ਜਦੋਂ ਉੱਥੇ ਸ਼ੰਭੂ ਮੋਰਚੇ 'ਤੇ ਜਾਂ ਟਿਕਰੀ 'ਤੇ ਜਿਹੜੀ ਸਟੇਜਾਂ ਲੱਗੀ ਹੋਈ ਸੀ, ਭੁੰਜੇ ਬੈਠ ਕੇ ਤਕਰੀਰਾਂ ਸੁਣਦੇ ਸੀ, ਆਪ ਵੀ ਬੋਲਦੇ ਸੀ, ਕਰਦੇ ਸੀ, ਨਾਅਰੇਬਾਜ਼ੀ ਕਰਦੇ ਸੀ। ਪਰ ਜਿਉਂ ਪੰਜਾਬ ਵਾਪਸ ਆਏ ਨੇ, ਫਿਰ ਆਪਣੇ ਪਾਰਟੀਆਂ ਦੇ ਵਿੱਚ ਵੜ ਗਏ ਨੇ, ਉੱਥੇ ਹੀ ਵੜ ਗਏ ਨੇ। ਇਹ ਕਿਵੇਂ ਤੋੜਿਆ ਜਾਵੇ ਡੇਰਾਵਾਦ ਤੇ ਇੱਕ ਰਾਜਨੀਤਿਕ ਪਾਰਟੀਆਂ ਦਾ ਚੁੰਗਲ ਜਿਹੜਾ ਅਸੀਂ ਉਹ, ਜਿਵੇਂ ਤੁਸੀਂ ਕਹਿੰਦੇ ਹੋ ਕਿ ਸਾਡੇ ਵਰਕਰ ਜਿਹੜੇ ਨੇ ਉਹ ਹੀ ਵੀ ਸਾਨੂੰ ਆਪਣੇ ਪਰਸਨਲ ਕੰਮ ਹੈ, ਕਿਸੇ ਨੇ ਜ਼ਮੀਨ ਦਾ ਇੰਤਕਾਲ ਕਰਵਾਉਣਾ ਹੈ, ਕਿਸੇ ਨੇ ਬਦਲੀ ਕਰਵਾਉਣੀ ਹੈ, ਕਿਸੇ ਨੇ ਕੋਠੀ ਛਡਾਉਣੀ ਹੈ, ਕਿਸੇ ਦਾ ਥਾਣੇ ਨਾਲ ਕੰਮ ਹੈ, ਕਿਸੇ ਦਾ ਤਹਿਸੀਲ ਨਾਲ ਕੰਮ ਹੈ, ਕਿੱਦਾਂ ਜਾਨ ਛੁੱਟੇਗੀ ਸਾਡੀ? ਦੇਖੋ, ਇੱਕ ਤਾਂ ਇਹ ਆ ਵੀ ਇਹ ਗੱਲ ਤੁਹਾਡੀ 'ਚ ਵਜ਼ਨ ਆ ਵੀ ਜਿਹੜੀ ਚੇਤਨਾ ਦਿੱਲੀ ਦੇ ਮੋਰਚੇ ਜਾਗੀ ਸੀ, ਅਸੀਂ ਉਹਨੂੰ ਕਾਇਮ ਨਹੀਂ ਰੱਖ ਸਕੇ। ਕਾਇਮ ਨਾ ਰੱਖਣ ਦਾ ਕਾਰਨ ਮੈਂ ਪਹਿਲਾਂ ਕਹਿ ਚੁੱਕਾ ਵੀ ਜਿਹੜਾ ਕਿਸਾਨ ਮੋਰਚਾ ਦਿੱਲੀ ਲੜਿਆ, ਉਹ ਕਈਆਂ ਗੱਲਾਂ 'ਤੇ ਆ ਕੇ ਇੱਕ ਦੂਜੇ ਨਾਲ ਅਸਹਿਮਤ ਹੋ ਗਿਆ। ਇਹ ਕਾਰਨ ਹੈ। ਲੇਕਿਨ ਉਹ ਦਿੱਲੀ ਦਾ ਪੈਦਾ ਕੀਤੀ ਊਰਜਾ ਅਜਾਈ ਨਹੀਂ ਜਾਏਗੀ, ਨਾ ਗਈ ਆ। ਇੱਕੋ ਇੱਕ ਰਾਹ ਫਿਰ ਉਹੀ ਆ, ਜਿੱਦਾਂ ਮੋਰਚੇ ਤੋਂ ਪਹਿਲਾਂ ਅਸੀਂ ਕੋਈ ਆਸ ਕਰਦਾ ਵੀ ਇੱਦਾਂ ਦਾ ਮੋਰਚਾ ਵੀ ਲੱਗ ਸਕਦਾ ਜੀ। ਪਹਿਲਾਂ ਕਹਿੰਦੇ ਨਹੀਂ ਯਾਰ, ਕਿਸਾਨ ਤਾਂ ਬੈਠੇ ਖੇਤਾਂ 'ਚ ਬੈਠੇ, ਇਹ ਕਿੱਥੇ ਜੁੜਦੇ ਆ? ਸਾਡੀ ਹਰਿਆਣੇ ਨਾਲ ਦੋਸਤੀ ਕੀ ਹੋਊਗੀ? ਸਾਡਾ ਤਾਂ ਪਾਣੀ ਲੈ ਗਿਆ ਉਹ ਕਹਿੰਦੇ ਪੰਜਾਬੀ ਸਾਡੇ ਮੂੰਹ ਨਾਲ ਲੱਗਣ ਬਹਿ ਗਏ, ਸਿੱਖ ਦਾ ਕਾਤਲ ਆ। ਲੇਕਿਨ ਉੱਥੇ 1 ਸਾਲ ਤੱਕ ਸਿੱਖ, ਹਿੰਦੂ, ਮੁਸਲਮਾਨ ਇਕੱਠੇ ਰਹੇ, ਇੱਕ ਦੂਜੇ ਦਾ ਭੋਜਨ ਖਾਂਦੇ ਰਹੇ। ਕਿਸੇ ਨੇ ਨਹੀਂ ਕੀਤਾ ਵੀ ਤੇਰੇ ਸਿਰ 'ਤੇ ਪਗੜੀ ਕਿਉਂ, ਕਿਸੇ ਨੇ ਨਹੀਂ ਕੀਤਾ ਤੇਰੇ ਸਿਰ 'ਤੇ ਪਗੜੀ ਹੈ ਕਿਉਂ। ਇਹ ਵਰਤਾਰਾ ਮਤਲਬ ਕਈ ਵਾਰੀ ਇਤਿਹਾਸ ਸਾਲਾਂ ਦਾ ਸਫ਼ਰ ਮਹੀਨਿਆਂ 'ਚ ਮੁਕਾਉਂਦਾ। ਦਿੱਲੀ ਮੋਰਚੇ ਨੇ ਸਾਲਾਂ ਦਾ ਸਫ਼ਰ ਮਹੀਨਿਆਂ 'ਚ ਮੁਕਾਇਆ। ਸ਼ਾਇਦ 100 ਸਾਲ ਤੱਕ ਦਾ ਇਤਿਹਾਸ ਦਾ ਨਾ ਸਿਰ ਸਕਦੇ ਅਸੀਂ। ਲੇਕਿਨ ਉਸ ਤੋਂ ਬਾਅਦ ਉਹਨੂੰ ਮੋਮੈਂਟਮ ਕਾਇਮ ਰੱਖਣਾ, ਇਹ ਸਾਡੀ ਜ਼ਿੰਮੇਵਾਰੀ ਹੈ। ਮੈਂ ਸਮਝਦਾ ਬਈ ਸਾਨੂੰ ਹੌਸਲਾ ਮਿਲਿਆ ਦਿੱਲੀ ਕਿਸਾਨ ਮੋਰਚੇ ਤੋਂ, ਚੋਣਾਂ ਕੁਛ ਵੀ ਰਿਜ਼ਲਟ ਕੋਈ ਵੀ ਆਵੇ, ਜੇ ਅਸੀਂ ਇੱਦਾਂ ਹੀ ਲੱਗੇ ਰਹੇ, ਲੋਕਾਂ ਦੇ ਮਸਲੇ ਅੱਗੇ ਨੂੰ ਵੱਧ ਰਹੇ ਆ। ਦਿੱਲੀ ਵਾਲਿਆਂ ਨੇ ਫੈਸਲਾ ਕੀਤਾ, ਮੋਦੀ ਨੇ 4 ਦਿਨ ਪਹਿਲਾਂ ਬਿਆਨ ਦਿੱਤਾ ਕਿ ਮੈਂ ਕਾਰਪੋਰੇਟ ਘਰਾਣਿਆਂ ਨੂੰ ਬੇਨਤੀ ਕਰਦਾ ਵੀ ਉਹ ਆਪਣਾ ਪੈਸਾ ਖੇਤੀਬਾੜੀ 'ਚ ਲਾਉਣ, ਇਹਨੂੰ ਨਵੇਂ ਪਾਸੇ ਲਾਉਣ। ਉਹਨੇ ਛੱਡਿਆ ਨਹੀਂ ਰਾਹ ਉਹ, ਅਤੇ ਜਦੋਂ ਉਹ ਰਾਹ ਨਹੀਂ ਛੱਡਿਆ, ਮੁਸ਼ਕਲਾਂ ਦਾ ਢੇਰ ਸਾਡੇ ਸਾਹਮਣੇ ਪਹਾੜ ਪਿਆ। ਉਹ ਮੁਸ਼ਕਲਾਂ ਹੱਲ ਕਰਨ ਲਈ ਲੜਾਈ ਦੇ ਮੈਦਾਨ 'ਚ ਅਸੀਂ ਨਿਤਰੀਏ। ਲਾਜ਼ਮੀ ਇਹ ਪੰਜਾਬ ਉੱਦਾਂ ਦਾ ਹੀ ਬਣੇਗਾ ਜਿੱਦਾਂ ਦਾ ਭਗਤ ਸਿੰਘ ਚਾਹੁੰਦਾ ਸੀ। ਇਹ ਮੇਰਾ ਪੂਰਾ ਵਿਸ਼ਵਾਸ ਆ। ਹਾਂ, ਇਹ 'ਚ ਮਿਹਨਤ ਮੰਗਦੀ ਆ। ਮੈਂ ਇਹ ਕਹਾਂ ਵੀ ਇਹ ਕੰਮ ਮਹੀਨੇ 'ਚ ਮੁਕਾ ਦੇਣਾ ਸੀ, ਇਹ ਸੰਭਵ ਨਹੀਂ ਹੈ। ਪਰ ਪੰਜਾਬ 'ਚ ਉਹ ਚੇਤਨਾ ਮੌਜੂਦ ਆ, ਜਿਹੜੀ ਚੇਤਨਾ ਅਸੀਂ ਲੋਕਾਂ 'ਚ ਭਰਨੀ ਚਾਹੁੰਦੇ ਹਾਂ। ਪੰਜਾਬ ਦੇ ਭਵਿੱਖ ਦਾ, ਅਗਲੇ 5 ਸਾਲਾਂ ਦਾ ਭਵਿੱਖ ਮਸ਼ੀਨਾਂ ਵਿੱਚ ਬੰਦ ਪਿਆ ਇਸ ਵੇਲੇ। ਪਹਿਰੇ ਲੱਗੇ ਹੋਏ ਨੇ ਅਤੇ ਜਿਹਨਾਂ ਨੂੰ ਡਰ ਹੈ ਕਿ ਮਸ਼ੀਨਾਂ ਨਾਲ ਛੇੜਛਾੜ ਹੋ ਸਕਦੀ ਹੈ, ਉਹ ਰਾਖੀ 'ਤੇ ਬੈਠੇ ਹੋਏ ਨੇ। ਅਤੇ ਇਹ ਜਿੱਦਣ ਨੂੰ ਗਿਣਤੀ ਹੋਣੀ ਹੈ ਜੀ, ਅਤੇ ਰਿਜ਼ਲਟ ਸਾਹਮਣੇ ਆਉਣੇ ਨੇ। ਜਿਸ ਤਰੀਕੇ ਦਾ ਵੋਟਿੰਗ ਪੈਟਰਨ ਹੋਇਆ, ਜਿਸ ਤਰ੍ਹਾਂ ਦੇ ਹੱਥਕੰਡੇ, ਪੈਸਾ, ਸ਼ਰਾਬ, ਡੇਰਾਵਾਦ, ਸਭ ਕੁਝ ਵਰਤਿਆ ਗਿਆ, ਤੁਹਾਨੂੰ ਕੀ ਲੱਗਦਾ ਹੈ ਭਈ ਕੋਈ ਚੰਗਾ ਨਤੀਜਾ ਆ ਸਕਦਾ ਹੈ ਜਾਂ 5 ਸਾਲ ਇਸੇ ਤਰ੍ਹਾਂ ਸੰਤਾਪ ਅਜੇ ਭੋਗਣਾ ਪਏਗਾ? ਆਖਰੀ ਸਵਾਲ ਹੈ। ਪੂਰੀ ਜ਼ਿੰਮੇਵਾਰੀ ਨਾਲ ਕਹਿ ਰਿਹਾ ਵੀ ਸਾਡੇ 'ਚ ਕੋਈ ਤਬਦੀਲੀ ਨਹੀਂ ਚੰਗੇ ਪਾਸੇ ਨੂੰ ਆਉਣੀ, ਕਿਉਂਕਿ ਜਿਹੜੀਆਂ ਧਿਰਾਂ ਦਾਅਵੇਦਾਰੀ ਕਰਦੀਆਂ ਇਸ ਜਿੱਤ ਦਾ, ਉਹਨਾਂ ਦੇ ਕੋਲ ਕੋਈ ਨਵੀਂ ਪਲੇਟਫਾਰਮ ਨਹੀਂ, ਨਵੀਂ ਕੋਈ ਚੀਜ਼ ਨਹੀਂ ਹੈ। ਕਾਂਗਰਸ ਪਾਰਟੀ ਪੂਰੀ ਤਰ੍ਹਾਂ ਇਸ ਗੱਲ 'ਤੇ ਮਨਮੋਹਨ ਸਿੰਘ ਹੋਰੀ ਵਜ਼ਦੇ ਆ ਵੀ ਜਿਹੜੀਆਂ ਨੀਤੀਆਂ ਮੈਂ 10 ਸਾਲ ਲਾਗੂ ਕੀਤੀਆਂ, ਮੈਂ ਉਹੀ ਕਰਨੀਆਂ। ਮੋਦੀ ਬਾਰ-ਬਾਰ ਕਹਿ ਰਿਹਾ ਵੀ ਮੈਂ ਕੋਲੋਂ ਨਵਾਂ ਕੁਛ ਨਹੀਂ ਕਰ ਰਿਹਾ, ਜੋ ਮਨਮੋਹਨ ਸਿੰਘ ਨੇ ਪੈਰਾ ਪਾਇਆ ਸੀ ਉਹਦੇ 'ਤੇ ਕੰਮ ਕਰ ਰਿਹਾ। ਅਕਾਲੀ ਪਾਰਟੀ ਨੇ ਹਮੇਸ਼ਾ
ਕਿਸਾਨ ਮੁੱਦੇ ਤੇ ਵੱਖਰਾ ਛੱਡਿਆ ਕਿ ਸਾਡਾ ਨਹੁੰ ਤੇ ਮਾਸ ਦਾ ਰਿਸ਼ਤਾ ਬੀਜੇਪੀ ਨਾਲ ਗਾਹਾਂ ਵੀ ਜੁੜ ਸਕਦਾ। ਤਿਆਰ ਹੈ ਜੀ। ਆਪ ਵਾਲਾ ਕੇਜਰੀਵਾਲ ਕਹਿ ਕੇ ਆਇਆ ਰਾਜਨੀਤੀ 'ਚ ਕਿ ਮੈਂ ਕਾਰਪੋਰੇਟ ਘਰਾਣਿਆਂ ਦਾ ਹਮਾਇਤੀ ਹਾਂ। ਸਰਕਾਰ ਦਾ ਕੰਮ ਵਪਾਰ ਕਰਨਾ ਨਹੀਂ ਹੈ, ਸਰਕਾਰ ਦਾ ਕੰਮ ਬੈਂਕਾਂ ਚਲਾਉਣੀਆਂ ਨਹੀਂ ਹਨ, ਮੈਂ ਨਿੱਜੀਕਰਨ ਦਾ ਹਮਾਇਤੀ ਹਾਂ। ਇਸ ਲਈ ਮੈਂ ਇਹ ਸਮਝ ਜਿਹੜੀਆਂ ਧਿਰਾਂ ਦਾਅਵਾ ਕਰਦੀਆਂ ਵੀ ਸਾਡੀ ਸੱਤਾ ਆ ਜਾਣੀ ਹੈ, ਉਹਨਾਂ ਕੋਲ ਤਾਂ ਨੀਤੀ ਹੋਰ ਕੋਈ ਹੈ ਨਹੀਂ। ਜਿੰਨਾ ਚਿਰ ਨੀਤੀ ਤਬਦੀਲੀ ਨਹੀਂ ਆਉਂਦੀ, ਬੰਦਿਆਂ ਦੀ ਤਬਦੀਲੀ ਕੋਈ ਅਰਥ ਨਹੀਂ ਰੱਖਦੀ। ਇਸ ਲਈ ਮੇਰੇ ਹਿਸਾਬ ਨਾਲ ਇੱਕ ਪੱਖੋਂ ਤਾਂ ਹਾਲਤ ਰਹਿਣਗੇ ਮਾੜੇ ਲੋਕਾਂ ਦੇ, ਪਰ ਮੈਂ ਆਸਵੰਦ ਇਸ ਗੱਲ ਦੇ ਵੀ ਜਦੋਂ ਲੋਕ ਮੁਸ਼ਕਲਾਂ 'ਚ ਹੁੰਦੇ ਆ, ਜਿੱਦਾਂ ਕਿਸਾਨ ਮੋਰਚੇ ਨੇ ਲੜਿਆ, ਸਾਡੇ ਲਈ ਲੜਾਈ ਦਾ ਮੈਦਾਨ ਵੀ ਬਹੁਤ ਮੋਕਲਾ ਹੋ ਜਾਏਗਾ। ਸਾਨੂੰ ਖੁਸ਼ੀ ਹੋਏਗੀ ਵੀ ਅਸੀਂ ਉਸ ਪਾਸੇ ਵਧਾਂਗੇ। ਮੈਂ ਇਹ ਨਹੀਂ ਚਾਹੁੰਦਾ ਵੀ ਲੋਕ ਭੁੱਖੇ ਮਰਨ, ਪਰ ਸਰਕਾਰ ਦੀਆਂ ਨੀਤੀਆਂ ਕਾਰਨ ਮਰਨੇ ਆ। ਪਰ ਉਹਦੇ ਵਿੱਚ ਸਾਨੂੰ ਜੇ ਅਸੀਂ ਆਪਣੀ ਇਮਾਨਦਾਰੀ ਨਾਲ ਤਨਦੇਹੀ ਨਾਲ ਲੱਗ ਪਈਏ ਤਾਂ ਆਉਣ ਵਾਲੇ 5 ਸਾਲਾਂ 'ਚ ਇੱਕ ਨਵਾਂ ਨਕਸ਼ਾ ਲੋਕਾਂ ਸਾਹਮਣੇ ਪੇਸ਼ ਕਰ ਸਕਦੇ ਹਾਂ। ਜਿੱਦਾਂ ਕਿਸਾਨ ਮੋਰਚੇ ਤੋਂ ਪਹਿਲਾਂ ਲੋਕੀ ਗੱਲ ਨਹੀਂ ਸੀ ਮੰਨਦੇ, ਸ਼ਾਇਦ ਅੱਜ ਮੇਰੀ ਗੱਲ ਤਾਂ ਭਰੋਸਾ ਕੋ ਨਾ ਕਰਨ, ਪਰ ਮੇਰਾ ਇਹ ਭਰੋਸਾ ਆ ਵੀ ਜੇ ਅਸੀਂ 5 ਸਾਲ ਲੋਕਾਂ ਦੇ ਮਸਲੇ ਲੈ ਕੇ ਜਿਹੜੇ ਗੁਰਬਤ ਮਾਰੇ ਲੋਕ ਆ ਸਾਂਝੇ ਤੌਰ ਤੇ ਲੜੀਏ ਤੇ ਪੰਜਾਬ 'ਚ ਜਿੱਦਾਂ ਕਿ ਸਵਾਲ ਕੀਤੇ ਨਾ, ਅਗਲੀਆਂ ਚੋਣਾਂ ਲੋਕੀ ਪਿੰਡਾਂ 'ਚ ਨਹੀਂ ਵੜਨ ਦੇਣਗੇ, ਸਾਡੇ ਪਿੰਡੋਂ ਬਾਹਰ ਜਾਓ ਬਈ, ਸਾਨੂੰ ਤੁਹਾਡੀ ਲੋੜ ਨਹੀਂ ਹੈ। ਠੀਕ ਹੈ ਜੀ। ਕਾਮਰੇਡ ਜੀ, ਸਮਾਂ ਦਿੱਤਾ ਔਰ ਬਹੁਤ ਵਡਮੁੱਲੇ ਵਿਚਾਰ ਸਾਡੇ ਨਾਲ ਸਾਂਝੇ ਕੀਤੇ। ਦਰਸ਼ਕਾਂ ਨਾਲ ਬਹੁਤ ਸਮਾਂ ਦੇਣ ਲਈ ਧੰਨਵਾਦ ਆਪ ਜੀ। ਮੈਂ ਦਰਸ਼ਕਾਂ ਦਾ ਬਹੁਤ ਹੀ ਧੰਨਵਾਦੀ ਹਾਂ ਜਿਨ੍ਹਾਂ ਨੇ ਮੈਨੂੰ ਸੁਣਿਆ ਔਰ ਪ੍ਰਬੰਧਕਾਂ ਦਾ ਵੀ ਜਿਨ੍ਹਾਂ ਨੇ ਬੋਲਣ ਦਾ ਮੌਕਾ ਦਿੱਤਾ। ਧੰਨਵਾਦ। ਸਤਿ ਸ਼੍ਰੀ ਅਕਾਲ ਜੀ।